ਅੰਮ੍ਰਿਤ ਟੀਮ ਦੇ ਸਾਰੇ ਮੈਨੇਜਰਸ, ਟੈਰੀਟਰੀ ਮੈਨੇਜਰਸ ਔਰ ਸੀਨੀਅਰ ਮੈਨੇਜਮੈਂਟ ਦੇ ਸਾਰੇ ਜਿਹੜੇ ਆਪਣੇ ਟੀਮਮੇਟਸ ਹੈਗੇ, ਉਹਨਾਂ ਸਾਰਿਆਂ ਨੂੰ ਅੱਜ ਅਸੀਂ ਇੱਕ ਜਿਹੜੀ ਨਵੀਂ ਇੱਕ ਐਪ ਡਿਵੈਲਪ ਕੀਤੀ ਹੈਗੀ ਆ। ਰੋਹਿਤ ਜੀ ਵੱਲੋਂ ਜਿਹੜੇ ਸਾਡੇ ਰਿਸਕ ਹੈਡ ਨੇ, ਉਹਨਾਂ ਨੇ ਇੱਕ ਐਪ ਡਿਵੈਲਪ ਕਰਵਾਈ ਹੈਗੀ ਆ, ਜਿਹੜੀ ਕਿ ਅਸੀਂ ਕਈ ਮੈਨੇਜਰਸ ਨਾਲ ਡਿਸਕਸ ਵੀ ਕਰਦੇ ਰਹੇ ਹਾਂ ਕਾਫੀ ਦਿਨ ਤੋਂ, ਔਰ ਉਹਦੇ ਰਿਗਾਰਡਿੰਗ ਤੁਹਾਡੇ ਨਾਲ ਕੁਛ ਗੱਲਾਂ ਸ਼ੇਅਰ ਕਰਨੀਆਂ ਚਾਹੁੰਦੇ ਹਾਂ। ਬੇਸਿਕਲੀ ਇਹ ਜਿਹੜੀ ਐਪ ਬਣਾਈ ਗਈ ਆ, ਇਹ ਅਸੀਂ 1-2 ਦਿਨਾਂ ਦੇ ਵਿੱਚ ਸਾਰੀ ਬ੍ਰਾਂਚਸ ਦੇ ਵਿੱਚ ਲਾਂਚ ਕਰ ਦੇਣੀ ਆ। ਹਰੇਕ ਐਗਜ਼ੀਕਿਊਟਿਵ ਤੇ ਜਿਹੜੇ ਵੀ ਐਗਜ਼ੀਕਿਊਟਿਵਸ ਸਾਡੇ ਫੀਲਡ ਦੇ ਵਿੱਚ ਨੇ, ਕਲੈਕਸ਼ਨਸ ਕਰਦੇ ਨੇ, ਐਫਆਈਆਂ ਕਰਦੇ ਨੇ, ਰੀਪੋਜੀਸ਼ਨਸ ਕਰਦੇ ਨੇ, ਬੈਂਕ ਦੇ ਵਿੱਚ ਕੈਸ਼ ਡਿਪੋਜ਼ਿਟ ਕਰਾਉਣ ਜਾਂਦੇ ਨੇ, ਡੀਲਰਸ਼ਿਪ 'ਚ ਫਾਈਲ ਪਿਕਅਪ ਕਰਨ ਜਾਂਦੇ ਨੇ, ਉਹਨਾਂ ਦੀ ਟੋਟਲ ਜਿਹੜੀ ਸਾਰੇ ਦਿਨ ਦੀ ਐਕਟੀਵਿਟੀ ਆ, ਉਸ ਬੇਸਿਕਲੀ ਉਸ ਐਕਟੀਵਿਟੀ ਨੂੰ ਉਹ ਐਪ ਜਿਹੜੀ ਆ ਉਹ ਰਿਕਾਰਡ ਕਰੇਗੀ। ਮੈਨੇਜਰਸ ਦੇ ਨਾਲ ਅਸੀਂ ਜਿਹੜੀ ਗੱਲ ਸ਼ੇਅਰ ਕਰਨੀ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਐਗਜ਼ੀਕਿਊਟਿਵਸ ਨੇ, ਜਿਹੜੇ ਤੁਹਾਡੇ ਕੋਲ ਕਿਸੇ ਬ੍ਰਾਂਚ ਦੇ ਵਿੱਚ 10 ਐਗਜ਼ੀਕਿਊਟਿਵਸ ਨੇ, ਕਿਸੇ ਕੋਲ 20 ਨੇ, ਕਿਸੇ ਕੋਲ 40 ਨੇ, ਇੱਕ ਮੈਨੇਜਰ ਸਾਰੇ ਦਿਨ ਦੇ ਵਿੱਚ ਆਫਿਸ 'ਚ ਬੈਠ ਕੇ ਸਾਰੇ ਐਗਜ਼ੀਕਿਊਟਿਵਸ ਨੂੰ ਟਰੈਕ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਤਾਂ ਸਾਡਾ ਏਮ ਇਹ ਹੈਗਾ ਕਿ ਅਸੀਂ ਟੈਕਨੋਲੋਜੀ ਦੇ ਨਾਲ ਬੈਟਰ ਪਰਫਾਰਮੈਂਸ ਲਈ, ਆਪਣੇ ਐਗਜ਼ੀਕਿਊਟਿਵਸ ਦੀ ਬੈਟਰ ਪਰਫਾਰਮੈਂਸ ਲੈਣ ਲਈ, ਅਸੀਂ ਉਹਨਾਂ ਨੂੰ ਟੈਕਨੋਲੋਜੀ ਦੇ ਨਾਲ ਇੱਕ ਐਪ ਦੇ ਥਰੂ ਅਸੀਂ ਮੋਨੀਟਰ ਕਰ ਸਕੀਏ। ਡਿਟੇਲ ਦੇ ਵਿੱਚ ਤੁਹਾਨੂੰ ਰੋਹਿਤ ਠਾਕੁਰ ਜੀ ਦੱਸਣਗੇ ਨੈਚੁਰਲੀ ਕਿ ਕਿਸ ਤਰ੍ਹਾਂ ਇਸ ਐਪ ਨੇ ਵਰਕ ਕਰਨਾ। ਬੜੀ ਸਿੰਪਲ ਯੂਜ਼ਰ ਫਰੈਂਡਲੀ ਐਪ ਬਣਾਈ ਗਈ ਆ, ਜਿਹਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਮੇਨਲੀ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਚਾਹੁੰਦੇ ਕੀ ਹਾਂ, ਬੇਸਿਕਲੀ ਇਹਦਾ ਮੋਟਿਵ ਕੀ ਆ। ਬੇਸਿਕਲੀ ਫਸਟ ਮੋਟਿਵ ਇਸ ਐਪ ਦਾ ਇਹ ਹੈ, ਜਿਹੜਾ ਤੁਹਾਨੂੰ ਦੱਸ ਦਿੱਤਾ ਕਿ ਇੱਕ ਐਗਜ਼ੀਕਿਊਟਿਵ ਟਰੈਕਿੰਗ ਹੋਊਗੀ। ਉਸ ਟਰੈਕਿੰਗ ਦਾ ਫਾਇਦਾ ਕੀ ਹੋਊਗਾ? ਉਸ ਟਰੈਕਿੰਗ ਦਾ ਫਾਇਦਾ ਇਹ ਹੋਊਗਾ ਕਿ ਐਫਆਈ ਕਰਦੇ ਹਾਂ, ਰੈਪੋ ਕਰਦੇ ਹਾਂ, ਕਲੈਕਸ਼ਨਸ ਕਰਦੇ ਹਾਂ, ਕਮਿਟਮੈਂਟ ਡੇਟਸ ਲੈਂਦੇ ਹਾਂ, ਡੀਲਰਸ਼ਿਪ 'ਚ ਜਾਂਦੇ ਹਾਂ, ਬੈਂਕ ਕੈਸ਼ ਡਿਪੋਜ਼ਿਟ ਕਰਾਉਣ ਜਾਂਦੇ ਹਾਂ, ਉਹ ਸਾਰੀ ਐਕਟੀਵਿਟੀ ਸਾਨੂੰ ਸਾਰੇ ਦਿਨ ਦੀ ਇੱਕ ਐਗਜ਼ੀਕਿਊਟਿਵ ਦੀ ਪਤਾ ਲੱਗ ਜਾਏਗੀ ਕਿ ਅੱਜ ਅਸੀਂ ਕਿੰਨਾ ਟਾਈਮ ਕਿਸੇ ਐਗਜ਼ੀਕਿਊਟਿਵ ਨੇ ਕਿਸ ਕੰਮ 'ਤੇ ਸਪੈਂਡ ਕੀਤਾ, ਕਿੰਨੇ ਕਸਟਮਰ ਵਿਜ਼ਿਟ ਕੀਤੇ, ਹਰ ਕਸਟਮਰ ਦੇ ਘਰ ਉਹ ਜਾਊਗਾ, ਕਿੰਨੇ ਕਸਟਮਰਸ ਦੇ ਘਰਾਂ ਤੋਂ ਉਹਨੇ ਕਿਸ਼ਤ ਲਈ, ਕਿੱਥੇ ਡੇਟ ਆਫ ਕਮਿਟਮੈਂਟ ਮਿਲੀ, ਕਿੰਨੀ ਦੇਰ ਉਹ ਬੈਂਕ ਦੇ ਵਿੱਚ ਕੈਸ਼ ਡਿਪੋਜ਼ਿਟ ਕਰਾਉਣ ਦੇ ਵਿੱਚ ਲੱਗੇ, ਕਿੰਨਾ ਟਾਈਮ ਉਹਨੇ ਐਫਆਈ ਕਰਨ ਨੂੰ ਲਗਾਇਆ, ਕਿਸ ਕਿਸ ਕੇਸ ਦੀ ਐਫਆਈ ਹੋ ਗਈ। ਇਹ ਸਾਰਾ ਕੁਝ ਸਾਨੂੰ ਇੱਕ ਇਸ ਐਪ ਦੇ ਥਰੂ ਆਟੋਮੈਟਿਕਲੀ ਪਤਾ ਲੱਗ ਸਕੇਗਾ। ਅਸੀਂ ਇਨਫੈਕਟ ਲਾਈਵ ਟਰੈਕਿੰਗ ਵੀ ਕਰ ਸਕਦੇ ਹਾਂ ਕਿ ਇਸ ਟਾਈਮ ਸਾਡਾ ਐਗਜ਼ੀਕਿਊਟਿਵ ਕਿੱਥੇ ਆ, ਔਰ ਇੱਕ ਤਾਂ ਇਹ ਪਰਪਸ ਹੋ ਜਾਏਗਾ। ਉਹਦੇ ਨਾਲ ਸਾਨੂੰ ਆਸਾਨੀ ਕੀ ਹੋਏਗੀ ਕਿ ਜਿਹੜੀ ਸਾਡੀ ਓਡੀ ਲਿਸਟ ਆਉਂਦੀ ਆ, ਇੱਕ ਐਗਜ਼ੀਕਿਊਟਿਵ ਨੂੰ 200 ਕੇਸ ਅਸਾਈਨ ਹੋ ਗਿਆ, 150 ਹੋ ਗਿਆ, ਜਿੰਨੇ ਵੀ ਅਸਾਈਨਡ ਨੇ, ਇੱਕ ਮੈਨੇਜਰ ਨੂੰ ਪਤਾ ਹੈਗਾ ਕਿ ਉਹਦੇ ਵਿੱਚੋਂ ਅੱਜ ਸਾਡੇ ਜਿਹਨੇ ਕਲੈਕਟ ਕੀਤੇ ਉਹ ਤਾਂ ਸਿਸਟਮ ਦੇ ਵਿੱਚ ਸ਼ੋਅ ਕਰ ਗਏ ਕਿ ਥਰਮਲ ਪ੍ਰਿੰਟਰ ਨਾਲ ਰਸੀਟ ਕੱਟੀ, ਉਹ ਇੰਸਟਾਲਮੈਂਟ ਆ ਗਈ, ਪਰ ਇਹ ਕਲੈਰਿਟੀ ਨਹੀਂ ਹੁੰਦੀ ਕਿ ਇਹ ਇੰਸਟਾਲਮੈਂਟ ਕਿੱਥੇ ਲਈ ਗਈ ਸੀ। ਕੀ ਇਹ ਡੀਲਰਸ਼ਿਪ 'ਚ ਹੀ ਇੰਸਟਾਲਮੈਂਟਸ ਆਈਆਂ ਸੀਗੀਆਂ, ਐਕਸ ਅਮਾਊਂਟ ਦੀ ਇੰਸਟਾਲਮੈਂਟ, ਐਕਸ ਨੰਬਰਸ, ਕਿ ਜੀ 5 ਆ ਗਈਆਂ, 6 ਆ ਗਈਆਂ, ਪਰ ਉਹ ਕਿੱਥੇ ਲਈਆਂ ਗਈਆਂ? ਕੀ ਉਹ ਕਾਲਿੰਗ ਕਰਕੇ ਸਿਰਫ ਡੀਲਰਸ਼ਿਪ ਡਾਇਰੈਕਟਲੀ ਲਈਆਂ ਗਈਆਂ? ਐਗਜ਼ੀਕਿਊਟਿਵ ਬਾਹਰ ਗਏ ਸੀ ਕਿ ਨਹੀਂ ਗਏ ਸੀ? ਜੇ ਗਏ ਸੀਗੇ ਤਾਂ ਕਿਸ ਕਿਸ ਕਸਟਮਰ ਤੋਂ ਅਸੀਂ ਜਾ ਕੇ ਘਰੇ ਲੈ ਸਕੇ, ਕਿਹੜਿਆਂ ਨੇ ਡੇਟ ਆਫ ਕਮਿਟਮੈਂਟ ਦਿੱਤੀ, ਉਹ ਸਾਰੀ ਚੀਜ਼ਾਂ ਸਾਨੂੰ ਇਸ ਟਾਈਮ ਨਹੀਂ ਪਤਾ ਲੱਗਦੀਆਂ। ਇਹ ਸਾਰਾ ਜਿਹੜਾ ਹੁਣ ਮੈਪਿੰਗ ਹੋਊਗੀ ਗੂਗਲ ਮੈਪਸ ਦੇ ਥਰੂ, ਇਹਦੇ ਨਾਲ ਸਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਕਿਹੜੀ ਇੰਸਟਾਲਮੈਂਟ ਇਹ ਕਿੱਥੇ ਸਿੰਕ ਕੀਤੀ ਗਈ ਸੀ। ਸੋ ਜਿਸ ਘਰ ਜਾ ਕੇ ਉਹ ਇੰਸਟਾਲਮੈਂਟ ਕਲੈਕਟ ਕਰੂਗਾ ਜਾਂ ਐਫਆਈ ਕਰੂਗਾ ਜਾਂ ਰੈਪੋ ਕਰੂਗਾ, ਉਹਨੂੰ ਟਾਸਕ ਸਿਰਫ ਸਿੰਪਲ ਉਹਦੇ ਵਿੱਚ ਸ਼ੋ ਹੋਊਗੇ। ਉਹਦੇ ਵਿੱਚ ਉਹਨੇ ਸਿਰਫ ਲਿਖ ਦੇਣਾ ਕਿ ਆਹ ਕਸਟਮਰ ਦਾ ਨੇਮ ਆ, ਆਹ ਮੇਰਾ ਇੱਥੇ ਪਰਪਸ ਆ, ਅਤੇ ਆਹ ਉਹਦਾ ਮੋਬਾਈਲ ਨੰਬਰ ਆ, ਇੱਥੇ ਮੈਂ ਕਲੈਕਸ਼ਨ ਕੀਤੀ ਆ, ਇੱਥੇ ਮੈਂ ਐਫਆਈ ਕੀਤੀ ਆ ਜਾਂ ਕਮਿਟਮੈਂਟ ਡੇਟ ਲਈ ਆ। ਇਹਦੇ ਨਾਲ ਉਹ ਉੱਥੋਂ ਇੱਕ ਫੋਟੋ ਕਲਿੱਕ ਕਰੂਗਾ, ਜਿਹਦੇ ਨਾਲ ਉਹਦੀ ਇਮੀਡੀਏਟਲੀ ਜੀਓ ਟੈਗ ਹੋ ਜੂਗੀ, ਜਿਸ ਤਰ੍ਹਾਂ ਸਾਡੀ ਐਫਆਈ ਜੀਓ ਟੈਗ ਹੁੰਦੀ ਆ ਸੌਫਟਵੇਅਰ ਦੇ ਵਿੱਚ। ਇਹਦੇ ਨਾਲ ਸਾਨੂੰ ਔਰ ਸਾਰੇ ਮੈਨੇਜਰਸ ਨੂੰ, ਸੀਨੀਅਰ ਮੈਨੇਜਮੈਂਟ ਨੂੰ, ਇਹ ਹਰੇਕ ਐਗਜ਼ੀਕਿਊਟਿਵ ਦੀ, ਸਪੋਜ਼ਲੀ ਅੱਜ 350 ਬੰਦਾ ਸਾਡਾ ਫੀਲਡ 'ਚ ਆ 3 ਸਟੇਟਸ 'ਚ, ਅਸੀਂ 5 ਸਟੇਟਾਂ 'ਚ ਜਾਣਾ, 6 'ਚ ਜਾਣਾ, ਸਾਨੂੰ
ਕਿਸੇ ਵੀ ਲੈਵਲ ਤੇ ਇੱਕ ਮੈਨੇਜਰ ਨੂੰ, ਹੈੱਡ ਆਫਿਸ ਟੀਮ ਨੂੰ, ਰਿਸਕ ਟੀਮ ਨੂੰ, ਹਰੇਕ ਨੂੰ ਇਹ ਕਲੈਰਿਟੀ ਹੋਊਗੀ ਵੀ ਕਿਸ ਐਗਜ਼ੀਕਿਊਟਿਵ ਨੇ ਪੂਰੇ ਮਹੀਨੇ 'ਚ ਕਿੰਨੇ ਕਿਲੋਮੀਟਰ ਗੱਡੀ ਚਲਾਈ, ਕਿੰਨੇ ਘਰਾਂ 'ਚੋਂ ਜਾ ਕੇ ਕਲੈਕਸ਼ਨ ਕੀਤੀ, ਕਿੰਨੀਆਂ ਐਫਆਈਆਂ ਕੀਤੀਆਂ, ਕਿੰਨਾ ਕਿੰਨਾ ਟਾਈਮ ਉਹ ਡੀਲਰਸ਼ਿਪਸ ਦੇ ਵਿੱਚ ਵਿਜ਼ਿਟ ਕਰਨ ਦੇ ਵਿੱਚ ਲੱਗਿਆ। ਉਹਦੇ ਨਾਲ ਅਸੀਂ ਆਪਣੀ ਓਵਰਆਲ ਐਫੀਸ਼ੀਐਂਸੀ ਨੂੰ, ਕੰਟਰੋਲਸ ਨੂੰ, ਕਲੈਕਸ਼ਨ ਨੂੰ ਵਧਾ ਸਕਦੇ ਹਾਂ। ਅਦਰਵਾਈਜ਼ ਇਹ ਕਲੀਅਰ ਨਹੀਂ ਹੁੰਦਾ। ਸਪੋਜ਼ਡਲੀ ਇੱਕ ਐਗਜ਼ਾਮਪਲ ਆ ਕਿ ਐਗਜ਼ੀਕਿਊਟਿਵ ਨੇ ਸਵੇਰੇ ਕੰਮ ਕਰਨਾ ਸ਼ੁਰੂ ਕੀਤਾ। ਹੁਣ ਮੋਸਟਲੀ ਐਗਜ਼ੀਕਿਊਟਿਵ ਘਰਾਂ ਤੋਂ ਸ਼ੁਰੂ ਕਰਦੇ ਨੇ, ਉਹ ਬ੍ਰਾਂਚ 'ਚ ਨਹੀਂ ਆਉਂਦੇ, ਬਟ ਉਹਦੀ ਹਾਜ਼ਰੀ ਕਿੰਨੇ ਵਜੇ ਲੱਗਣੀ ਸੀਗੀ, ਕਿੰਨੇ ਵਜੇ ਉਹਨੇ ਸਟਾਰਟ ਕੀਤਾ, ਉਹ ਸਾਨੂੰ ਕੁਝ ਵੀ, ਕਿਸੇ ਨੂੰ ਵੀ ਕਲੀਅਰ ਨਹੀਂ ਹੋ ਸਕਦਾ। ਕੋਈ ਮੈਨੇਜਰ ਨੂੰ ਕਲੀਅਰ ਨਹੀਂ ਹੋ ਸਕਦਾ, ਰਿਸਕ ਟੀਮ ਨੂੰ ਨਹੀਂ ਪਤਾ ਲੱਗ ਸਕਦਾ, HR ਹੈੱਡ ਨੂੰ ਪਤਾ ਨਹੀਂ ਲੱਗ ਸਕਦਾ, ਕਿਸੇ ਨੂੰ ਵੀ ਨਹੀਂ ਪਤਾ ਲੱਗ ਸਕਦਾ। ਇਹਦੇ ਵਿੱਚ ਸਭ ਤੋਂ ਪਹਿਲਾ ਟਾਸਕ ਬੜਾ ਸਿੰਪਲ ਹੋਊਗਾ ਕਿ ਜਦੋਂ ਉਹਨੇ ਘਰੋਂ ਆਪਣਾ ਕੰਮ ਸ਼ੁਰੂ ਕਰਨਾ, ਉਹਨੇ ਆਪਣੀ ਅਟੈਂਡੈਂਸ ਉੱਥੇ ਹੀ ਮਾਰਕ ਕਰ ਦੇਣੀ ਆ। ਉਹਨੇ ਕਲਿੱਕ ਕਰਨਾ ਹੈਗਾ ਬਟਨ, ਜਿਹਦੇ ਨਾਲ ਕਿ ਸਿੰਪਲੀ ਉਹਦੀ ਅਟੈਂਡੈਂਸ ਉੱਥੇ ਹੀ ਰਜਿਸਟਰ ਹੋ ਜਾਊਗੀ ਕਿ ਉਹ ਬੰਦਾ ਕੰਮ 'ਤੇ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹ ਸਾਰਾ ਦਿਨ ਜਿੱਥੇ ਜਿੱਥੇ ਘੁੰਮ ਰਿਹਾ, ਜਿੱਥੇ ਜਿੱਥੇ ਜਾ ਰਿਹਾ, ਜਿੱਥੇ ਜਿੱਥੇ ਰੁਕ ਰਿਹਾ, ਸਾਰੀ ਲੌਗ ਬਣਦੀ ਤੁਰੀ ਜਾਏਗੀ ਆਪਣੇ ਆਪ। ਔਰ ਜਦੋਂ ਉਹ ਸ਼ਾਮ ਨੂੰ ਡੇ ਐਂਡ ਕਰੂਗਾ, ਉਹ ਡਿਊਟੀ ਤੋਂ ਆਫ ਹੋਊਗਾ, ਉਹਨੇ ਫਿਰ ਡੇ ਐਂਡ ਕਰਨਾ ਹੈਗਾ। ਉੱਥੋਂ ਕਲੀਅਰ ਹੋ ਜਾਊਗਾ ਵੀ ਕਿੰਨੇ ਘੰਟੇ ਕੰਮ ਕੀਤਾ, ਟੋਟਲ ਕਿੰਨੇ ਕਸਟਮਰ ਵਿਜ਼ਿਟ ਕੀਤੇ, ਕਿੰਨੀ ਦੇਰ ਬੈਂਕ 'ਚ ਲੱਗੀ, ਉਹ ਸਾਰਾ ਕੁਝ ਮੈਪ ਹੋ ਜਾਊਗਾ। ਟੋਟਲ ਕਿਲੋਮੀਟਰ ਕਿੰਨੇ ਚੱਲਿਆ। ਹੁਣ ਨਾਰਮਲੀ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡਾ ਬ੍ਰਾਂਚਸ ਔਰ ਕਈ ਬ੍ਰਾਂਚਸ ਦੇ ਵਿੱਚ ਇਹ ਇਸ਼ੂਜ਼ ਆਉਂਦੇ ਨੇ ਕਿ ਜੀ ਐਗਜ਼ੀਕਿਊਟਿਵ ਕਹਿ ਰਿਹਾ ਕਿ ਸਾਨੂੰ ਪੂਰਾ ਫਿਊਲ ਨਹੀਂ ਮਿਲ ਰਿਹਾ, ਹੈੱਡ ਆਫਿਸ 'ਚੋਂ ਰਿਸਕ ਟੀਮ ਕਹਿ ਰਹੀ ਹੈ ਕਿ ਜੀ ਜਿੰਨੀਆਂ ਰਸੀਦਾਂ ਕੱਟੀਆਂ ਉਸ ਹਿਸਾਬ ਨਾਲ ਅਸੀਂ ਫਿਊਲ ਆਲਰੇਡੀ ਜ਼ਿਆਦਾ ਦੇ ਰਹੇ ਹਾਂ। ਸੋ ਇਹ ਜਿਹੜਾ ਡਿਸਕਨੈਕਟ ਆ, ਅਸੀਂ ਇਹਨੂੰ ਖਤਮ ਕਰ ਦੇਣਾ। ਐਕਚੁਅਲ ਬੇਸਿਸ ਦੇ ਉੱਤੇ ਜਿੰਨਾ ਵੀ ਫਿਊਲ ਲੱਗੂਗਾ ਡੇਲੀ ਬੇਸਿਸ 'ਤੇ, ਉਹਦੀ ਲੌਗ, ਉਹਦੀ MIS ਜਨਰੇਟ ਹੋ ਜਾਣੀ ਆ। ਚਾਹੇ ਅਸੀਂ ਸਾਲ ਬਾਅਦ ਕੱਢ ਲਈਏ, 6 ਮਹੀਨੇ ਬਾਅਦ, 1 ਹਫ਼ਤੇ ਬਾਅਦ, ਜਦੋਂ ਮਰਜ਼ੀ ਅਸੀਂ ਕੱਢ ਸਕਦੇ ਹਾਂ ਕਿ ਅਸੀਂ ਕਿਸ ਐਗਜ਼ੀਕਿਊਟਿਵ ਨੇ ਕਿਹੜੇ ਮੰਥ ਦੇ ਵਿੱਚ ਕਿੰਨਾ ਫਿਊਲ, ਕਿੰਨੇ ਕਿਲੋਮੀਟਰ ਚੱਲਿਆ ਸੀ, ਕਿੰਨਾ ਫਿਊਲ ਉਹਨੂੰ ਅਸੀਂ ਦਿੱਤਾ। ਸੋ ਐਕਚੁਅਲ ਬੇਸਿਸ ਦੇ ਉੱਤੇ ਫਿਊਲ ਜਾਊਗਾ। ਜਿਹੜੇ ਐਗਜ਼ੀਕਿਊਟਿਵਸ ਦੀ ਇਹ ਪ੍ਰੋਬਲਮਸ ਰਹਿੰਦੀਆਂ ਕਿ ਸਾਨੂੰ ਫਿਊਲ ਘੱਟ ਮਿਲ ਰਿਹਾ, ਉਹ ਪ੍ਰੋਬਲਮ ਵੀ ਦੂਰ ਹੋ ਜਾਊਗੀ ਕਿ ਜਿੰਨਾ ਐਕਚੁਅਲ ਚੱਲ ਰਹੇ ਹੋ ਸਾਰੇ ਦਿਨ ਦੇ ਵਿੱਚ, ਉਹਦੀ ਐਵਰੇਜ ਦੇ ਹਿਸਾਬ ਨਾਲ ਹਰੇਕ ਨੂੰ ਫਿਊਲ ਚਲਿਆ ਜਾਊਗਾ। ਸੋ ਇਹਦੇ ਫਾਇਦੇ ਵੀ ਨੇ। ਪਲੱਸ ਜਿਵੇਂ ਦੂਸਰਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਨੋਟੀਫਿਕੇਸ਼ਨ ਜਾਇਆ ਕਰੂਗੀ ਹੈੱਡ ਆਫਿਸ ਤੋਂ ਕਿ ਕੋਈ ਵੀ ਪਰਟੀਕੂਲਰ ਕੋਈ ਐਮਰਜੈਂਟ ਕੰਮ ਆ ਗਿਆ, ਕਿ ਅਸੀਂ ਕਹਿੰਦੇ ਹਾਂ ਕਿ ਜੀ ਆਹ ਪਰਟੀਕੂਲਰ ਟਾਸਕ ਆ, ਕੋਈ ਐਮਰਜੈਂਸੀ ਰੈਪੋ ਆ, ਜਾਂ ਕੋਈ ਹੋਰ ਜ਼ਰੂਰੀ ਕੰਮ ਆ ਕਿ ਜੀ ਪਹਿਲਾਂ ਆਹ ਐਫਆਈਆਂ ਕੱਢ ਦਿਓ, ਜਾਂ ਇਸ ਡੀਲਰ ਤੋਂ ਪਹਿਲਾਂ ਇਹ ਫਾਈਲਸ ਪਿਕਅਪ ਕਰਵਾ ਦਿਓ, ਜ਼ਰੂਰੀ ਨੇ, ਸਿੰਕ ਹੋਣੀਆਂ ਨੇ। ਇਹ ਅਸੀਂ ਕਮਿਊਨੀਕੇਸ਼ਨ ਤੁਹਾਡੇ ਤੱਕ ਪਹੁੰਚਦੇ ਕਾਫੀ ਟਾਈਮ ਲੱਗ ਜਾਂਦਾ। ਪਹਿਲਾਂ ਅਸੀਂ ਕਾਲ ਕਰਾਂਗੇ, ਹੁਣ ਕੀ ਹੈ ਕਿ ਉਹ ਨੋਟੀਫਿਕੇਸ਼ਨ ਡ੍ਰੌਪ ਕੀਤੀ ਜਾਊਗੀ ਐਪ ਦੇ ਵਿੱਚ। ਉਸ ਐਗਜ਼ੀਕਿਊਟਿਵ ਨੂੰ ਪਤਾ ਲੱਗ ਜਾਊਗਾ ਕਿ ਮੇਰੇ ਲਈ ਹੈੱਡ ਆਫਿਸ ਤੋਂ ਕੋਈ ਮੈਸੇਜ ਆ, ਉਹਨੂੰ ਓਪਨ ਕਰਕੇ ਦੇਖ ਸਕਦਾ ਹੈਗਾ ਕਿ ਇਹਦੇ ਵਿੱਚ ਕੀ ਮੇਰੇ ਲਈ ਦੱਸਿਆ ਗਿਆ ਹੈਗਾ। ਚਾਹੇ ਕੋਈ ਪਰਟੀਕੂਲਰ ਕੇਸਿਸ ਦੱਸੇ ਜਾਣਗੇ ਕਿ ਪਹਿਲਾਂ ਇਹਨਾਂ 'ਤੇ ਰਿਕਵਰੀ ਕਰਵਾਈ ਜਾਵੇ, ਜਿਹੜੀ ਕਿ ਟੌਪ ਪ੍ਰਾਇੋਰਟੀ ਆ। ਸੋ ਇਹ ਚੀਜ਼ਾਂ ਇਹਦੇ ਵਿੱਚ ਹੁਣ ਪੋਸੀਬਲ ਹੋ ਜਾਣਗੀਆਂ। ਲਾਈਕ ਰੋਹਿਤ ਜੀ ਤੁਹਾਨੂੰ ਬਾਅਦ ਦੇ ਵਿੱਚ ਸ਼ੇਅਰ ਕਰਨਗੇ ਕਿ ਜੀ OD ਲਿਸਟ ਵੀ ਜਿਹੜੀ ਆ, ਉਹ ਵੀ ਡਾਇਰੈਕਟਲੀ ਇਹਦੇ ਵਿੱਚ ਹੀ ਸਿੰਕ ਕਰ ਦਿੱਤੀ ਜਾਊਗੀ। ਫਸਟ ਨੂੰ ਉਹਨਾਂ ਨੂੰ ਬ੍ਰਾਂਚ ਤੋਂ ਜਾ ਕੇ ਉਹਦੀ ਹਾਰਡ ਕਾਪੀ ਜਾਂ ਕੁਝ ਵੀ ਐਕਸਟ੍ਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ। ਲੈਣੀ ਚਾਹਣਗੇ ਲੈ ਲੈਣਗੇ, ਪਰ ਉਹ ਡਾਇਰੈਕਟਲੀ ਹਰੇਕ ਬੰਦੇ ਨੂੰ, ਜਿਹਦੇ ਕੋਲ ਸਪੋਜ਼ਲੀ ਮੈਂ ਐਗਜ਼ੀਕਿਊਟਿਵ ਆ, ਮੇਰੇ ਕੋਲ 200 ਕੇਸ ਐਲੋਕੇਟਡ ਆ, ਤਾਂ ਮੈਨੂੰ 200 ਕੇਸ ਦੀ ਮੇਰੀ ਡਿਮਾਂਡ ਜਿਹੜੀ ਉਸ ਮੰਥ ਦੀ ਆ, ਉਹ ਮੈਨੂੰ ਉੱਥੇ ਸ਼ੋ ਹੋਊਗੀ। ਉਹਦੀ ਮੈਂ ਟੋਟਲ ਕਲੈਕਸ਼ਨ ਕਰਕੇ ਦੇਣੀ ਆ। ਉਹਦੇ ਵਿੱਚੋਂ ਮੈਂ ਸਾਰੇ ਦਿਨ 'ਚ ਕਿੰਨਾ ਚੱਲ ਰਿਹਾ, ਕਿੱਥੇ ਰੁਕ ਰਿਹਾ, ਕਿੰਨੀ ਮੈਂ ਰੈਪੋ ਕੀਤੀਆਂ, ਕਿਸ ਕਿਸ ਜਗ੍ਹਾ 'ਤੇ ਮੈਂ ਜਾ ਕੇ ਇੰਸਟਾਲਮੈਂਟ ਲਈਆਂ, ਕਿਹੜੇ ਕਸਟਮਰ ਵਿਜ਼ਿਟ ਹੋ ਗਏ, ਕਿਹੜੇ ਰਹਿ ਗਏ, ਕਿਹੜਿਆਂ ਦੀ ਇੰਸਟਾਲਮੈਂਟ ਡੀਲਰਸ਼ਿਪ 'ਚ ਆਈ ਆ, ਉਹ ਸਾਰਾ ਕੁਛ ਇਹਦੇ ਤੋਂ ਕਲੀਅਰ ਹੋ ਜਾਊਗਾ। ਕਿਉਂਕਿ ਜੋ ਡੀਲਰਸ਼ਿਪ 'ਚ ਇੰਸਟਾਲਮੈਂਟ ਆ ਗਈ, ਉਹਦੀ ਜੀਓ ਟੈਗਿੰਗ ਨੈਚੁਰਲੀ ਉਹ ਡੀਲਰ ਦੇ ਹੋਊਗੀ। ਜਿਹੜੇ ਘਰ ਘਰ ਜਾ ਕੇ ਇੰਸਟਾਲਮੈਂਟ ਲਾਓਗੇ, ਉਹ ਘਰ ਘਰ ਦੀ ਜੀਓ ਟੈਗਿੰਗ ਹੋ ਜਾਣੀ ਕਿ ਇਸ ਘਰ ਕਲੈਕਸ਼ਨ ਹੋਈ ਸੀ। ਜਿਹਦੇ ਕਲੈਕਸ਼ਨ ਹੋਊਗੀ, ਨੈਚੁਰਲੀ ਅਸੀਂ ਉਸ ਕਸਟਮਰ ਨੂੰ ਉਹਦੇ ਵੈਸ ਦੇ ਵਿੱਚ ਉਹਦਾ ਖਰਚਾ ਖੜਾ ਕਰਾਂਗੇ, ਔਰ ਉਹਦਾ ਵੀ ਇਨਸੈਂਟਿਵ ਨੈਚੁਰਲੀ ਫਿਰ ਐਗਜ਼ੀਕਿਊਟਿਵ ਨੂੰ ਵੀ ਮਿਲੂਗਾ ਜੋ ਪਹਿਲਾਂ ਮਿਲ ਰਿਹਾ। ਸੋ ਜਿੱਥੇ ਡਿਸਕਨੈਕਟ ਇਹ ਵੀ ਆਉਂਦਾ ਸੀਗਾ ਕਿ ਕਸਟਮਰ ਕਹਿ ਜਾਂਦੇ ਸੀ ਕਿ ਜੀ ਅਸੀਂ ਕਾਹਦੇ ਦਈਏ, ਸਾਡੇ ਘਰ ਤਾਂ ਕੋਈ ਆਇਆ ਨਹੀਂ, ਸਾਨੂੰ ਐਕਸਟਰਾ ਚਾਰਜਸ ਕਾਹਦੇ ਪੈ ਰਹੇ ਨੇ। ਅਸੀਂ ਪ੍ਰੂਵ ਕਰ ਦਾਂਗੇ ਕਿ ਇਸ ਤਰੀਕ ਨੂੰ ਤੁਹਾਡੇ ਘਰ ਜੀਓ ਟੈਗ ਹੋਇਆ, ਤੁਹਾਡੇ ਘਰ ਕਸਟਮਰ ਦੇ ਘਰ ਅਸੀਂ ਵਿਜ਼ਿਟ ਕੀਤੀ ਸੀ। ਸੋ ਇੱਕ ਇਹ ਵੀ ਜ਼ਰੀਆ ਰਹੂਗਾ ਕਿ ਇੱਕ ਤਾਂ ਜਿਹੜੇ ਫਿਊਲ ਦੇ ਇਸ਼ੂਜ਼ ਖਤਮ ਹੋਣਗੇ, ਪਲੱਸ ਐਗਜ਼ੀਕਿਊਟਿਵਸ ਜ਼ਿਆਦਾ ਇਨਸੈਂਟਿਵ ਕਮਾ ਸਕਦੇ ਨੇ, ਕਿਉਂਕਿ ਉਹਨਾਂ ਨੂੰ ਅਸੀਂ ਜਿਹੜੇ ਕਸਟਮਰ ਦੇ ਘਰ ਜਾਣਗੇ, ਅਸੀਂ ਉਹਨਾਂ ਕਸਟਮਰਸ ਦੇ ਅਕਾਊਂਟ ਨੂੰ ਵੱਖਰੇ ਤੌਰ 'ਤੇ ਡੈਬਿਟ ਕਰਾਂਗੇ ਐਕਸਪੈਂਸਿਸ ਜਿਹੜੇ ਕਿ ਉਹਦੇ ਘਰ ਅੱਜ ਸਾਨੂੰ ਵਿਜ਼ਿਟ ਕਰਨ ਦੇ ਪੈ ਰਹੇ ਨੇ। ਸੋ ਇਹ ਕੁਝ ਚੀਜ਼ਾਂ ਬਰੋਡਲੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ
कि क्योंकि टैक्नोलॉजी तो बिना ਆਪਾਂ ਅੱਗੇ नहीं वध सकते, ਅਸੀਂ एफिशिएंट होना हैगा, कॉस्ट इफेक्टिव होना हैगा और ज़्यादा तो ज़्यादा कलैक्शन करनी हैगी ਆ। ਜੋ ਓਲਡ ਕੇਸਿਸ ਨੇ ਸਾਡੇ 2019 ਅਕਤੂਬਰ ਤੋਂ ਪਹਿਲਾਂ ਦੇ ਆ, ਅਸੀਂ ਇਸ ਸਾਲ ਉਹ ਖਤਮ ਕਰਨੇ ਨੇ। ਨੈਚੁਰਲੀ ਉਹਨਾਂ ਦੇ 2 ਸਾਲ ਪੂਰੇ ਹੋ ਰਹੇ ਨੇ ਸਾਰਿਆਂ ਦੇ। ਸੋ ਉਹ ਸਾਰਾ ਕੁਝ ਅਸੀਂ ਉਹਦੇ ਵਿੱਚ ਪਲਾਨ ਕਰਾਂਗੇ ਕਿ ਐਪ ਦੇ ਵਿੱਚ ਹੀ ਪਤਾ ਲੱਗੂਗਾ ਕਿ ਉਹ ਕੇਸਿਸ ਐਲੋਕੇਟ ਕਰਾਂਗੇ ਕਿ ਆਹ 10 ਦਿਨਾਂ ਦੇ ਵਿੱਚ ਆਹ ਪਰਟੀਕੂਲਰ ਕੇਸਿਸ ਨੂੰ ਪਹਿਲਾਂ ਕਲੀਅਰ ਕਰਵਾ ਕੇ ਦੇਣਾ ਹੈਗਾ। ਉਹ ਚੀਜ਼ਾਂ ਨੂੰ ਪਤਾ ਲੱਗ ਜੂਗਾ ਵੀ ਇਸ ਕਸਟਮਰ ਦੇ ਘਰ ਗਏ ਕਿ ਨਹੀਂ ਗਏ, ਕਿਉਂਕਿ ਉਹ ਜੀਓ ਟੈਗ ਹੋਊਗਾ। ਸਾਨੂੰ ਪਤਾ ਕਿ ਐਡਰੈਸ ਸਪੋਜ਼ ਕਰੋ ਵੀ ਇਹ ਜਲੰਧਰ ਦੇ ਵਿੱਚ ਕੂਲ ਰੋਡ ਦਾ ਹੈ ਇਸ ਕਸਟਮਰ ਦਾ। ਜੇ ਉਸ ਕਸਟਮਰ ਦੇ ਘਰ ਕੂਲ ਰੋਡ ਤੇ ਐਗਜ਼ੀਕਿਊਟਿਵ ਗਿਆ ਤਾਂ ਉਹ ਜੀਓ ਟੈਗ ਹੋਇਆ ਹੋਊਗਾ, ਫਿਰ ਉਹ ਦੱਸ ਸਕਦਾ ਕਿ ਇਹਦੇ ਘਰ ਕਲੈਕਸ਼ਨ ਹੋਈ ਜਾਂ ਨਹੀਂ ਹੋਈ ਜਾਂ ਨਹੀਂ ਮਿਲਿਆ। ਇਹ ਸਾਰਾ ਕੁਝ ਹੁਣ ਐਪ ਦੇ ਥਰੂ ਈਜ਼ੀ ਹੋ ਜਾਊਗਾ ਔਰ ਐਫੀਸ਼ੀਐਂਸੀ ਬਹੁਤ ਵਧੂਗੀ। ਸੋ ਇਹਦੇ ਵਿੱਚ ਆਈ ਥਿੰਕ ਕਿ ਆਪਾਂ ਇਹਨੂੰ ਛੇਤੀ ਤੋਂ ਛੇਤੀ ਇੰਪਲੀਮੈਂਟ ਕਰੀਏ। ਬੜੀ ਮਿਹਨਤ ਦੇ ਨਾਲ ਰੋਹਿਤ ਠਾਕੁਰ ਜੀ ਨੇ ਇਸ ਐਪ ਨੂੰ ਬਣਵਾਇਆ ਹੈਗਾ, ਬੜੀ ਇਹਨਾਂ ਨੇ ਇਨਪੁਟਸ ਦਿੱਤੀਆਂ ਨੇ ਔਰ ਇਹਨਾਂ ਦਾ ਇੱਕ ਸੀਗਾ ਟਾਰਗੇਟ ਕਿ ਮੈਂ ਇਹਨੂੰ ਦੀਵਾਲੀ ਤੋਂ ਪਹਿਲਾਂ ਲਾਂਚ ਕਰਕੇ ਇਹਨੂੰ ਐਪਲੀਕੇਬਲ ਕਰ ਦੇਣਾ ਹੈਗਾ, ਇੰਪਲੀਮੈਂਟ ਕਰ ਦੇਣਾ ਹੈਗਾ, ਤਾਂ ਕਿ ਸਾਡੀ ਦੀਵਾਲੀ ਦੇ ਵਿੱਚ ਜੇ ਅਸੀਂ ਐਡਾ ਸੋਹਣਾ ਵੋਲਿਊਮ ਅਸੀਂ ਐਕਸਪੈਕਟ ਕਰ ਰਹੇ ਹਾਂ ਔਰ ਵਿਸ਼ ਕਰਦੇ ਹਾਂ ਕਿ ਅਸੀਂ ਇੰਨੀ ਗੱਡੀ ਫਾਈਨੈਂਸ ਕਰੀਏ ਜੋ ਕਿ 14,000 ਗੱਡੀ ਦਾ ਟਾਰਗੇਟ ਆ। ਤਾਂ ਇੰਨੇ ਵੋਲਿਊਮ ਨੂੰ ਵੀ ਜਦ ਅਸੀਂ ਹੈਂਡਲ ਕਰਨਾ, ਸਾਡੇ ਕੋਲ ਜੇ ਇੱਦਾਂ ਦੀ ਟੈਕਨੋਲੋਜੀ ਹੋਊਗੀ ਤਾਂ ਨੈਚੁਰਲੀ ਕਲੈਕਸ਼ਨ, ਐਫਆਈ ਔਰ ਇਹ ਹਰ ਚੀਜ਼ ਜਿਹੜੀ ਆ ਉਹ ਸਿਸਟਮ ਦੇ ਵਿੱਚ ਦਿਸੂਗੀ ਔਰ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਸ਼ੋਰ ਆ, ਆਈ ਥਿੰਕ ਤੁਸੀਂ ਸਾਰੇ ਵੀ ਐਗਰੀ ਕਰੋਗੇ ਕਿ ਇਹਦੇ ਨਾਲ ਬਹੁਤ ਅੱਛੇ ਰਿਜ਼ਲਟਸ ਫਿਊਚਰ ਦੇ ਵਿੱਚ ਆਉਣਗੇ। ਮੈਂ ਅੱਗੇ ਰੋਹਿਤ ਠਾਕੁਰ ਜੀ ਨੂੰ ਪਾਸ ਕਰਦਾ ਤਾਂ ਕਿ ਤੁਹਾਡੇ ਨਾਲ ਇਸ ਐਪ ਦੇ ਵਿੱਚ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਕੇ ਤੁਹਾਨੂੰ ਸ਼ੇਅਰ ਕਰਨਗੇ ਕਿ ਇਸ ਐਪ ਨੂੰ ਚਲਾਉਣਾ ਕਿਸ ਤਰ੍ਹਾਂ ਹੈਗਾ ਔਰ ਇਹਦੇ ਵਿੱਚ ਅੱਗੇ ਤੋਂ ਅੱਗੇ ਹੋਰ ਕੀ ਕੀ ਚੀਜ਼ਾਂ ਜਿਹੜੀਆਂ ਕੁਝ ਦਿਨਾਂ ਤੱਕ ਐਡ ਹੋ ਜਾਣਗੀਆਂ। ਕੁਝ ਬੇਸਿਕ ਚੀਜ਼ਾਂ ਸਟਾਰਟ 'ਤੇ ਅਸੀਂ ਦੇ ਰਹੇ ਹਾਂ ਜਿਹੜੀਆਂ ਕਿ ਜਦ ਤੱਕ ਐਗਜ਼ੀਕਿਊਟਿਵ ਸਿੱਖ ਜਾਣਗੇ ਕਿ ਇਹਨੂੰ ਬੇਸਿਕਲੀ ਆਪਾਂ ਥੋੜ੍ਹੇ ਕੰਮਾਂ ਲਈ ਹਜੇ ਯੂਜ਼ ਕਰਦੇ ਹਾਂ, ਬਾਕੀ ਚੀਜ਼ਾਂ ਇਹ 'ਚ ਐਡ ਹੁੰਦੀਆਂ ਚਲੀਆਂ ਜਾਣਗੀਆਂ। ਓਵਰ ਟੂ ਰੋਹਿਤ ਠਾਕੁਰ ਜੀ। थैंक यू जी सर। मैं कुछ इस ऐप की आउटलाइन तुहानूं दस देवां कि जिहड़ी ये ऐप हैगी है ये 1 या 2 दिन तक लाइव आपां करांगे ब्रांचेस नूं। ये छोटी जी कुछ 2-4 चीज़ां नाल ही इहनूं आपां ऐप नूं इंस्टॉल करांगे। तो इस ऐप की जिहड़ी बेसिक चीज़ हैगी कि डे एंड ते डेट स्टार्ट करन वास्ते ही इंटरनेट की जरूरत हैगी है। ਇਹਦੇ ਵਿੱਚ ਆਪਾਂ ਅਗਰ ਕਸਟਮਰ ਦੇ ਘਰ ਜਾਂਦੇ ਹਾਂ ਉੱਥੇ ਨੈੱਟ ਨਹੀਂ ਮਿਲਦਾ ਤਾਂ ਵੀ ਇਹ ਐਪ ਚੱਲੇਗੀ। ਤੁਸੀਂ ਕਿਸੇ ਜਗ੍ਹਾ 'ਤੇ ਐਸੋ ਹੀ ਜਗ੍ਹਾ 'ਤੇ ਜਾਂਦੇ ਹੋ ਜਿੱਥੇ ਇੰਟਰਨੈਟ ਨਹੀਂ ਗਾ, ਉੱਥੇ ਵੀ ਇਹ ਐਪ ਮਿਲੇਗੀ। ਇਹ ਸਿਰਫ ਡੇ ਸਟਾਰਟ ਅਤੇ ਡੇ ਐਂਡ ਵਕਤ ਇਹਨੂੰ ਇੰਟਰਨੈਟ ਦੀ ਲੋੜ ਹੈਗੀ ਆ। ਦੂਜੀ ਬੇਸਿਕ ਚੀਜ਼, ਅਗਰ ਕੋਈ ਇੰਪਲੋਈ ਛੁੱਟੀ 'ਤੇ ਹੈ ਤਾਂ ਉੱਥੇ ਲੀਵ ਲਗਾਏਗਾ। ਅਗਰ ਉਹ ਲੀਵ ਲਗਾਏਗਾ, ਜਿੱਦਾਂ ਹੁਣ ਆਪਣਾ ਜੋ ਐਗਜ਼ਿਸਟਿੰਗ ਸੋਫਟਵੇਅਰ ਹੈ ਉਹਦੀ ਜਿਹੜੀ ਐਪ ਹੈਗੀ ਆ ਉਹ ਮਲਟੀਪਲ ਮੋਬਾਈਲ 'ਤੇ ਓਪਨ ਹੋ ਜਾਂਦੀ ਹੈ। ਜਿਸ ਤਰ੍ਹਾਂ ਕਈ ਜਗ੍ਹਾ 'ਤੇ ਸਾਨੂੰ ਇਸ਼ੂ ਵੀ ਆਏ ਸੀ ਕਿ ਇੱਕ ਕਿਸੇ ਹੋਰ ਨੇ ਉਹਨਾਂ ਦੀ ਐਪ ਓਪਨ ਕਰਕੇ ਉਹਦੇ 'ਚ ਰਿਸੀਪਟ ਸਿੰਕ ਕਰਤੀ, ਬਟ ਇਹ ਜਿਹੜੀ ਐਪ ਹੈਗੀ ਆ ਇਹ ਇੱਕ ਵਾਰ ਇੱਕ ਮੋਬਾਈਲ 'ਤੇ ਓਪਨ ਹੋਏਗੀ, ਦੁਬਾਰਾ ਕਿਸੇ ਹੋਰ ਮੋਬਾਈਲ 'ਤੇ ਓਪਨ ਨਹੀਂ ਹੋਏਗੀ। ਦੁਬਾਰਾ ਕਿਸੇ ਹੋਰ ਮੋਬਾਈਲ 'ਤੇ ਓਪਨ ਇਸ ਕਰਕੇ ਨਹੀਂ ਹੋਏਗੀ ਕਿਉਂਕਿ ਇਹਦੇ ਵਿੱਚ ਲੌਗ ਆਊਟ ਦਾ ਆਪਸ਼ਨ ਨਹੀਂ ਹੈਗਾ। ਜਦ ਤੱਕ ਇੱਕ ਮੋਬਾਈਲ 'ਤੇ ਲੌਗ ਆਊਟ ਨਹੀਂ ਹੋਏਗਾ ਤਦ ਤੱਕ ਦੂਸਰੀ ਮੋਬਾਈਲ 'ਤੇ ਇਹ ਐਪ ਇੰਸਟਾਲ ਨਹੀਂ ਹੋਏਗੀ। ਇਸ ਕਰਕੇ ਅਗਰ ਇਹਦਾ ਪਾਸਵਰਡ ਵੀ ਤੁਸੀਂ ਕਿਸੇ ਨਾਲ ਵੀ ਸ਼ੇਅਰ ਕਰ ਦਿਓ, ਕੁਛ ਵੀ ਕਰ ਦਿਓ, ਇਹ ਐਪ ਇੱਕ ਮੋਬਾਈਲ 'ਤੇ ਰਜਿਸਟਰਡ ਹੋਗੀ ਤੇ ਹੋਗੀ। ਵਿਦਾਊਟ ਹੈੱਡ ਆਫਿਸ ਦੀ ਪਰਮਿਸ਼ਨ ਤੋਂ ਬਿਨਾਂ ਇਹ ਕਿਸੇ ਦੂਸਰੀ ਵੀ ਮੋਬਾਈਲ 'ਤੇ ਓਪਨ ਨਹੀਂ ਹੋ ਸਕਦੀ। ਇਸ ਕਰਕੇ ਇਹਦਾ ਪਾਸਵਰਡ ਦਾ ਵੀ ਕੋਈ ਝੰਜਟ ਨਹੀਂ ਹੈਗਾ। ਕਿਸੇ ਨੂੰ ਪਾਸਵਰਡ ਪਤਾ ਵੀ ਚੱਲ ਜਾਂਦਾ, ਕੋਈ ਕੁਛ ਕਰ ਨਹੀਂ ਪਾਏਗਾ। ਅਤੇ ਆਪਾਂ ਹੁਣ ਐਪ ਬਾਰੇ ਥੋੜ੍ਹਾ ਲਾਈਵ ਦੇਖੀਏ ਕਿ ਕਿਸ ਤਰ੍ਹਾਂ ਚਲਾਉਣੀ ਹੈ। ਬਹੁਤ ਸਿੰਪਲ ਹੈਗੀ ਹੈ, ਜਸਟ 5 ਮਿੰਟ 'ਚ ਤੁਸੀਂ ਐਪ ਚਲਾਉਣੀ ਸਿੱਖ ਲਓਗੇ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰਾ ਮੋਬਾਈਲ ਹੈ, ਮੈਂ ਸਕਰੀਨ 'ਤੇ ਓਪਨ ਕੀਤਾ। ਨੀਚੇ ਇੱਕ ਲਿੰਕ ਹੈਗਾ, ਜਿਸ ਤਰ੍ਹਾਂ ਆਪਾਂ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ। ਆਹ ਦੇਖੋ, ਇਸ ਤਰ੍ਹਾਂ ਦਾ ਲਿੰਕ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਲਿੰਕ ਇਹਦੇ 'ਤੇ ਕਲਿੱਕ ਕਰਨਾ, ਜਸਟ ਵਨ। ਇਸ ਤਰ੍ਹਾਂ ਤੁਹਾਡੇ ਇੱਕ ਓਪਨ ਹੋ ਜਾਏਗਾ। ਉਸ ਤੋਂ ਬਾਅਦ ਇੱਥੇ ਆਉਂਦਾ ਪਿਆ ਐਪ ਇੰਸਟਾਲ, ਇਹ 'ਤੇ ਕਲਿੱਕ ਕਰਨਾ। ਦੇਖੋ ਨੀਚੇ ਡਾਊਨਲੋਡ ਦੀ ਆਪਸ਼ਨ ਆ ਗਈ ਹੈ, ਇੱਥੇ ਕਲਿੱਕ ਕਰਨਾ, ਡਾਊਨਲੋਡ ਕਰ ਲੈਣਾ। ਦੇਖੋ ਓਪਨ ਦੀ ਆਪਸ਼ਨ ਆ ਗਈ, ਅਸੀਂ ਓਪਨ ਕਰਦੇ, ਇੱਥੇ ਨਾਲ ਹੀ ਇੰਸਟਾਲ ਦੀ ਆਪਸ਼ਨ ਆ ਗਈ, ਆਪਾਂ ਇੰਸਟਾਲ ਕਰਤਾ।
ਓਪਨ ਦੀ ਆਪਸ਼ਨ ਹੈਗੀ ਇੰਸਟਾਲ ਕਰਨ ਤੋਂ ਬਾਅਦ ਐਪ ਓਪਨ ਹੋ ਜਾਂਦੀ। ਦੇਖੋ ਤੁਹਾਨੂੰ ਸਾਰਿਆਂ ਨਾਲੋਂ ਪਹਿਲੇ ਆ ਰਿਹਾ ਡੇ ਸਟਾਰਟ, ਡੇ ਐਂਡ, ਲੀਵ, ਵਿਜ਼ਿਟ ਐਂਟਰੀ, ਮੈਸੇਜਿੰਗ ਐਂਡ ਫਾਈਲ ਸ਼ੇਅਰ। ਇਸ ਤੋਂ ਬਾਅਦ ਇੱਕ ਛੋਟਾ ਜਿਹਾ ਡੈਸ਼ਬੋਰਡ ਵੀ ਬਣਾਇਆ ਤੁਹਾਡੇ ਵਾਸਤੇ। ਜਦੋਂ ਆਪਾਂ ਦਿਨ ਦੀ ਸ਼ੁਰੂਆਤ ਕਰਨੀ ਹੈ ਸਾਰਿਆਂ ਨਾਲੋਂ ਪਹਿਲੇ ਡੇ ਸਟਾਰਟ 'ਤੇ ਕਲਿੱਕ ਕਰਨਾ। ਡੇ ਸਟਾਰਟ ਆਟੋ ਫਿਲ ਆਏਗਾ, ਸਰਵਰ ਤੋਂ ਚੱਕੇਗਾ ਟਾਈਮ, ਕਿਉਂਕਿ ਡੇ ਸਟਾਰਟ ਕਰਨ ਵਾਸਤੇ ਇੰਟਰਨੈਟ ਦੀ ਜ਼ਰੂਰਤ ਪਏਗੀ। ਤੁਸੀਂ ਘਰੋਂ ਕਰਨਾ ਡੇ ਸਟਾਰਟ ਜਾਂ ਥੋੜ੍ਹਾ ਅੱਗੇ ਜਾ ਕੇ ਰਸਤੇ 'ਚ ਕਰ ਸਕਦੇ ਹੋ, ਅਗਰ ਤੁਹਾਡੇ ਘਰ ਨੈਟ ਅਵੇਲੇਬਲ ਨਹੀਂ ਹੈ। ਡੇ ਸਟਾਰਟ ਅਟੈਂਡੈਂਸ ਮਾਰਕਸ ਕਰਨੀ। ਅਟੈਂਡੈਂਸ ਮਾਰਕਸ ਜਸਟ ਮਿੰਟ ਜੀ। ਸਾਰਿਆਂ ਨਾਲੋਂ ਪਹਿਲੇ ਸਰ ਡੇ ਸਟਾਰਟ ਜਿਹੜਾ ਟਾਈਮ ਹੈਗਾ ਵਾ ਇਹ ਸਰਵਰ ਤੋਂ ਚੱਕਦਾ। ਮੋਬਾਈਲ ਦਾ ਟਾਈਮ ਚਾਹੇ ਜੋ ਮਰਜ਼ੀ ਹੋਵੇ, ਬਟ ਇਹਨਾਂ ਨੇ ਸਰਵਰ ਤੋਂ ਚੱਕਣਾ। ਅਟੈਂਡੈਂਸ ਮਾਰਕ ਉੱਪਰ ਆ ਗਿਆ, ਅਟੈਂਡੈਂਸ ਪੰਚ, ਬਸ ਡੇ ਸਟਾਰਟ ਕਰਤਾ ਇੱਥੋਂ ਤੁਹਾਡਾ ਡੇ ਸਟਾਰਟ ਹੋ ਗਿਆ। ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂਗਾ ਇੱਕ ਲੀਵ ਬਾਰੇ। ਸੈਕਿੰਡ ਜਿਹੜਾ ਆਪਸ਼ਨ ਹੈਗੀ ਲੀਵ, ਲੀਵ ਕਿਸ ਤਰ੍ਹਾਂ ਅਪਲਾਈ ਕਰਨੀ ਹੈ। ਲੀਵ ਦੇ ਉੱਤੇ ਕਲਿੱਕ ਕੀਤਾ, ਉੱਪਰ ਫੁੱਲ ਡੇ ਲੀਵ, ਤੁਸੀਂ ਫੁੱਲ ਡੇ ਲੀਵ ਸਿਲੈਕਟ ਕਰਨੀ ਹੈ ਜਾਂ ਹਾਫ ਡੇ 'ਤੇ ਜਾ ਰਹੇ ਹੋ ਜਾਂ ਸ਼ਾਰਟ ਲੀਵ 'ਤੇ ਜਾ ਰਹੇ ਹੋ। ਸ਼ਾਰਟ ਲੀਵ ਮੀਨਸ ਤੁਸੀਂ ਮਾਰਨਿੰਗ ਦੇ ਵਿੱਚ ਤੁਹਾਨੂੰ 1-2 ਘੰਟੇ ਦਾ ਕੰਮ ਹੈਗਾ ਵਾ, ਬਟ ਤੁਸੀਂ ਲੇਟ ਜੁਆਇਨ ਕਰਨਾ ਕੰਪਨੀ, ਜਾਂ 4 ਵਜੇ ਜਾਂ 5 ਵਜੇ ਤੁਹਾਨੂੰ ਕੰਪਨੀ ਦੇ ਵਿੱਚ ਜਲਦੀ ਜਾਣਾ ਅੱਜ ਘਰ, ਅਤੇ ਤੁਸੀਂ ਸ਼ਾਰਟ ਸਿਲੈਕਟ ਕਰ ਸਕਦੇ ਹੋ। ਹਾਫ ਡੇ ਜਾਂ ਫਸਟ ਹਾਫ ਤੁਸੀਂ ਲੀਵ 'ਤੇ ਹੋ, ਜਾਂ ਸੈਕਿੰਡ ਹਾਫ ਫੁੱਲ ਡੇ ਜਾਂ ਫੁੱਲ ਡੇ ਦੇ ਵਿੱਚ ਅਗਰ ਲੀਵ 'ਤੇ ਹੋ। ਉਸ ਤੋਂ ਬਾਅਦ ਡੇਟ ਸਿਲੈਕਟ ਕਰਨੀ ਹੈ, ਕਦੋਂ ਤੋਂ ਤੁਸੀਂ 1 ਦਿਨ ਲਈ ਜਾ ਰਹੇ ਹੋ, 2 ਦਿਨ ਲਈ ਜਾ ਰਹੇ ਹੋ। ਜਿਸ ਤਰ੍ਹਾਂ 24 ਤੋਂ 25 2 ਦਿਨ ਲਈ ਛੁੱਟੀ 'ਤੇ ਜਾ ਰਹੇ ਹੋ, 1 ਦਿਨ ਲਈ ਕਰ ਲਓ। ਬਸ ਅਟੈਂਡੈਂਸ ਤੁਸੀਂ ਇੰਨੀ ਲਗਾਉਣੀ ਸਾਡੇ ਹੈੱਡ ਆਫਿਸ ਦੇ ਵਿੱਚ, ਅਤੇ ਤੁਹਾਡੇ ਬ੍ਰਾਂਚ ਮੈਨੇਜਰ ਨੂੰ ਪਤਾ ਚੱਲ ਜਾਏਗਾ ਕਿ ਅਟੈਂਡੈਂਸ ਲੱਗ ਗਈ ਹੈ ਤੁਹਾਡੀ। ਉਸ ਤੋਂ ਬਾਅਦ ਸੋ ਜਿਸ ਤਰ੍ਹਾਂ ਤੁਸੀਂ ਰੋਹਿਤ ਜੀ ਨੇ ਦੱਸਿਆ ਕਿ ਤੁਸੀਂ ਇੱਥੇ ਅਟੈਂਡੈਂਸ ਮਾਰਕ ਕਰਤੀ, ਡੇ ਸਟਾਰਟ ਹੋ ਗਿਆ। ਸੋ ਇਹ 'ਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੀ ਰੋਹਿਤ ਜੀ ਨੇ ਦੱਸੀ ਕਿ ਇਹ ਸਰਵਰ ਤੋਂ ਆਪੇ ਹੀ ਟਾਈਮ ਚੱਕ ਰਿਹਾ ਹੈਗਾ। ਕੋਈ ਵੀ ਐਗਜ਼ੀਕਿਊਟਿਵ ਇਹਦੇ ਵਿੱਚ ਆਪਣੇ ਆਪ ਨੂੰ ਗਲਤ ਟਾਈਮ ਪੰਚ ਨਹੀਂ ਕਰ ਸਕਦਾ। ਹਾਂਜੀ ਜੇ ਮੋਬਾਈਲ ਦਾ ਟਾਈਮ ਉਹਨੇ ਆਪਣਾ ਰੀਸੈਟ ਕੀਤਾ ਆ ਕਿਸੇ ਤਰੀਕੇ ਨਾਲ, ਬਟ ਉਹ ਇੱਥੇ ਗਲਤ ਅਟੈਂਡੈਂਸ ਉਹਨੇ ਟਾਈਮ ਉਹੀ ਚੱਕਣਾ ਜਿੰਨੇ ਵਜੇ ਜੋ ਐਕਚੁਅਲੀ ਸ਼ੋ ਹੋ ਰਿਹਾ ਹੈਗਾ। ਦੂਸਰਾ ਇਹਦੇ ਵਿੱਚ ਜਿਹੜੀ ਲੀਵ ਦੀ ਗੱਲ ਆ ਕਿ ਲੀਵ ਜਿਸ ਤਰ੍ਹਾਂ ਕਿ ਤੁਸੀਂ ਹੁਣ ਲੀਵ ਨੂੰ ਇਨਫੋਰਮ ਕਰਦੇ ਹੋ BM ਨੂੰ, BM ਫਿਰ ਅੱਗੇ HR ਹੈਡ ਨੂੰ ਇਨਫੋਰਮ ਕਰਦੇ ਨੇ। ਜਦ ਇੱਥੇ ਅਪਲਾਈ ਕਰ ਦੂਗੇ ਤੇ BM ਨੂੰ ਔਰ HR ਨੂੰ ਆਪੇ ਪਤਾ ਲੱਗ ਜਾਏਗਾ ਕਿ ਆਹ ਐਗਜ਼ੀਕਿਊਟਿਵ ਨੇ ਲੀਵ ਅਪਲਾਈ ਕੀਤੀ ਆ। ਸੋ ਉਹਨਾਂ ਨੇ ਤੁਹਾਨੂੰ ਆਟੋਮੈਟਿਕਲੀ ਤੁਹਾਡੇ ਗਰੁੱਪਸ ਦੇ ਵਿੱਚ ਉਹਦੀ ਸੈਂਕਸ਼ਨ ਭੇਜ ਦੇਣੀ ਹੈ। ਜੀ ਸਰ। ਸੋ ਇਹ ਆਟੋਮੈਟਿਕ ਸੈਂਕਸ਼ਨ ਨਹੀਂ ਹੈ ਤੁਹਾਡੀ, ਜਿਹੜੀ ਇਹ ਬੇਸਿਕਲੀ ਰਿਕੁਐਸਟ ਆ ਫॉर ਲੀਵ, ਉਹ ਅਸੀਂ ਇੱਥੇ ਰਜਿਸਟਰ ਤੁਸੀਂ ਕਰਨੀ ਆ। ਅਸੀਂ ਉਹਦੇ ਬੇਸਿਸ ਦੇ ਉੱਤੇ HR ਨੂੰ ਔਰ BM ਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੀਤੀ ਆ ਕੋਈ ਰਿਕੁਐਸਟ ਅਪਲਾਈ ਐਪਲੀਕੇਸ਼ਨ ਦਿੱਤੀ ਆ ਥਰੂ ਦਾ ਐਪ। ਉਹਨਾਂ ਨੇ ਫਿਰ ਤੁਹਾਨੂੰ ਆਟੋਮੈਟਿਕਲੀ ਇਹ 'ਤੇ ਬਾਅਦ ਵਿੱਚ ਸੈਂਕਸ਼ਨ HR ਹੈਡ ਤੋਂ ਔਰ BM ਤੋਂ ਆ ਜਾਣੀ ਹੈ ਜੀ। ਅੱਗੇ ਪਲੀਜ਼। ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਮੰਥਲੀ ਬਾਅਦ 'ਚ ਅਟੈਂਡੈਂਸ ਵੀ ਭੇਜਦੇ ਹੋ, ਸਾਨੂੰ ਇੱਥੋਂ ਅਟੈਂਡੈਂਸ ਦੀ ਪੂਰੀ ਲਿਸਟ ਪਤਾ ਚੱਲ ਜਾਇਆ ਕਰੇਗੀ ਕਿ ਬ੍ਰਾਂਚ ਦੇ ਵਿੱਚ ਕਿੰਨੇ EMPLOYEES ਨੇ ਕਿੰਨੀਆਂ ਛੁੱਟੀਆਂ ਕੀਤੀਆਂ। ਹੁਣ ਇਹ ਇਸ਼ੂ ਕੀ ਆ ਰਿਹਾ ਕਿ ਕਿਸੇ ਬ੍ਰਾਂਚ ਦੇ ਵਿੱਚ EMPLOYEE 2-2 3-3 ਦਿਨ ਦੀ ਛੁੱਟੀ 'ਤੇ ਜਾਂਦੇ, ਹੈੱਡ ਆਫਿਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਛੁੱਟੀ 'ਤੇ ਨੇ, ਅਤੇ ਇਸ ਕਰਕੇ ਇੱਥੋਂ ਦੀ ਛੁੱਟੀ ਅਪਲਾਈ ਕਰ ਦੇਣਗੇ ਅਤੇ ਹੈੱਡ ਆਫਿਸ ਨੂੰ ਵੀ ਪਤਾ ਚੱਲੇਗਾ ਕਿ ਛੁੱਟੀ 'ਤੇ ਹੈਗੇ ਨੇ ਤੁਸੀਂ EMPLOYEE। ਇਸ ਤੋਂ ਬਾਅਦ ਸੋ ਇਹਦੇ ਵਿੱਚ ਕੀ ਆ ਕਿ ਜਿਹੜਾ ਕਿ ਤੁਹਾਨੂੰ ਹੁਣ HR ਹੈਡ ਨੂੰ ਹਰ ਮਹੀਨੇ ਇੱਕ ਤੁਹਾਨੂੰ ਭੇਜਣਾ ਪੈਂਦਾ ਅਟੈਂਡੈਂਸ ਰਿਕਾਰਡ, ਉਹ ਅਟੈਂਡੈਂਸ ਰਿਕਾਰਡ ਦਾ ਵੀ ਕੰਮ ਖਤਮ ਹੋ ਜਾਏਗਾ। ਕੋਈ ਵੀ ਇਸ ਤਰ੍ਹਾਂ ਦਾ ਤੁਹਾਡਾ ਜਿਹੜਾ ਪੇਪਰ ਵਰਕ ਆ ਉਹ ਅਸੀਂ ਖਤਮ ਕਰਦੇ ਤੁਰੇ ਜਾ ਰਹੇ ਹਾਂ ਕਿ ਇਹਦੇ ਵਿੱਚ ਹਰ ਐਗਜ਼ੀਕਿਊਟਿਵ ਨੇ ਆਪਣੀ ਅਟੈਂਡੈਂਸ, BM ਨੇ, ਟੈਰੀਟਰੀ ਮੈਨੇਜਰਸ ਨੇ, ਹਰੇਕ ਨੇ ਆਪਣੀ ਇਹਦੇ 'ਤੇ ਹੀ ਅਟੈਂਡੈਂਸ ਲਗਾ ਦੇਣੀ ਹੈ। ਸੋ ਇਨਫੈਕਟ ਸਟੇਟ ਹੈਡਸ ਨੇ, ਹਰੇਕ ਨੇ ਅਟੈਂਡੈਂਸ, ਜਿਹੜੇ ਬੰਦੇ ਹੈੱਡ ਆਫਿਸ ਤੋਂ ਬਾਹਰ ਨੇ ਉਹ ਸਾਰਿਆਂ ਨੇ ਅਟੈਂਡੈਂਸ ਆਪਣੀ ਇਹਦੇ 'ਤੇ ਰੋਜ਼ ਮਾਰਕ ਕਰਨੀ ਹੈ ਐਵਰੀ ਡੇ। ਉਹ ਹਰੇਕ ਲਈ ਕੰਪਲਸਰੀ ਹੋਏਗਾ, ਚਾਹੇ ਉਹ ਬ੍ਰਾਂਚ ਮੈਨੇਜਰ ਹੈ, ਚਾਹੇ ਉਹ ਐਗਜ਼ੀਕਿਊਟਿਵ ਹੈ, ਚਾਹੇ ਉਹ ਟੈਰੀਟਰੀ ਮੈਨੇਜਰ ਹੈ, ਚਾਹੇ ਉਹ ਸਟੇਟ ਹੈਡਸ ਨੇ। ਸੋ ਹਰੇਕ ਨੇ ਆਪਣੀ ਅਟੈਂਡੈਂਸ ਇੱਥੇ ਹੀ ਮਾਰਕ ਕਰ ਦੇਣੀ ਹੈ। ਕੋਈ ਸੈਪਰੇਟ ਅਟੈਂਡੈਂਸ ਦਾ ਰਿਕਾਰਡ ਬ੍ਰਾਂਚ ਦੇ ਵਿੱਚ ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਹੋਊਗੀ, ਨਾ ਕੋਈ ਹੈੱਡ ਆਫਿਸ ਨੂੰ ਕੋਈ ਤੁਸੀਂ ਮੇਲ ਦੇ ਵਿੱਚ ਐਂਡ ਆਫ ਦਾ ਮੰਥ ਕੋਈ ਇੱਦਾਂ ਦਾ ਰਿਕਾਰਡ ਭੇਜਣ ਦੀ ਜ਼ਰੂਰਤ ਪਊਗੀ। ਤੁਹਾਡਾ ਇਹਦਾ ਕੰਮ ਸਿੰਪਲ ਵੀ ਹੋ ਜਾਏਗਾ ਜੀ। ਇਸ ਤੋਂ ਆਪਾਂ ਦੇਖਾਂਗੇ ਵਿਜ਼ਿਟ ਐਂਟਰੀ, ਜੋ ਕਿ ਮੇਨ ਹੈਗਾ। ਵਿਜ਼ਿਟ ਐਂਟਰੀ ਅਗਰ ਤਾਂ ਆਪਾਂ ਇੰਟਰਨੈਟ ਨਾ ਵੀ ਹੋਵੇ ਕਿਸੇ ਲੋਕੇਸ਼ਨ 'ਤੇ ਤਾਂ ਵੀ ਇਹ ਵਰਕ ਕਰਦੀ ਹੈ। ਸਾਰਿਆਂ ਨਾਲੋਂ ਉੱਪਰ ਹੈਗਾ ਸਿਲੈਕਟ। ਅਗਰ ਤੁਸੀਂ ਕਸਟਮਰ ਦੇ ਘਰ ਜਾ ਰਹੇ ਹੋ ਤੇ ਆਹ ਸਿਲੈਕਟ ਕਰਨਾ। ਸੌਰੀ, ਕਸਟਮਰ ਦੇ ਘਰ ਜਾ ਰਹੇ ਹੋ ਤੇ ਕਸਟਮਰ ਵਿਜ਼ਿਟ ਕਰ ਰਹੇ ਹੋ, FI ਕਰ ਰਹੇ ਹੋ ਤੇ FI ਵਿਜ਼ਿਟ, ਰਿਪੋ ਕਰ ਰਹੇ ਹੋ ਤੇ ਰਿਪੋ, ਬੈਂਕ ਦੇ ਵਿੱਚ ਕੈਸ਼ ਡਿਪੋਜ਼ਿਟ ਕਰਾਉਣ ਜਾਣਾ ਉਦੋਂ ਆਹ ਸਿਲੈਕਟ ਕਰ ਲੈਣਾ।
ਬ੍ਰਾਂਚ ਦੇ ਵਿੱਚ ਜਾ ਰਹੇ ਹੋ ਕਿ ਓਡੀ ਲਿਸਟ ਲੈਣ ਜਾ ਰਹੇ ਹੋ, ਫਾਈਲਾਂ ਦੇਣ ਜਾ ਰਹੇ ਹੋ, ਕੁਛ ਵੀ ਕੰਮ ਲਈ ਜਾ ਰਹੇ ਹੋ, ਤੁਸੀਂ ਹੈੱਡ ਆਫਿਸ ਫਾਈਲਾਂ ਭੇਜਦੇ ਹੋ, ਉਹਦੇ ਵਾਸਤੇ ਕੋਰੀਅਲ ਕਰਾਉਣ ਜਾਂਦੇ ਹੋ ਜਾਂ ਫਾਈਲ ਬੱਸ ਵਿੱਚ ਲਗਾਉਣ ਜਾਂਦੇ ਹੋ ਤੁਸੀਂ, ਉਹ ਵੀ ਇਹ ਚੀਜ਼ ਆ ਜਾਏਗੀ। ਉਸ ਤੋਂ ਬਾਅਦ ਬ੍ਰਾਂਚ ਮੈਨੇਜਰ ਨੂੰ ਕਈ ਵਾਰੀ ਪੁਲਿਸ ਸਟੇਸ਼ਨ ਜਾਣਾ ਪੈਂਦਾ, ਪੁਲਿਸ ਕੇਸਿਸ ਵਗੈਰਾ ਫਸ ਜਾਂਦੇ ਆ, ਅਤੇ ਉਹਦੇ ਲਈ ਹੈ। ਡੀਲਰ ਦੇ ਵਿੱਚ ਕੈਸ਼ ਕਲੈਕਸ਼ਨ ਕਰਨ ਜਾ ਰਹੇ ਹੋ ਜਾਂ ਡੀਲਰ ਤੋਂ ਫਾਈਲਾਂ ਚੱਕਣ ਜਾ ਰਹੇ ਹੋ, ਕੁਛ ਵੀ ਕਰਨ ਜਾ ਰਹੇ ਹੋ। ਹੈੱਡ ਆਫਿਸ ਕੋਈ ਬ੍ਰਾਂਚ ਮੈਨੇਜਰ NOC ਲੈਣ ਆਉਂਦੇ ਹੈੱਡ ਆਫਿਸ, ਜਾਂ ਕਿਸੇ ਹੋਰ ਪਰਪਸ ਲਈ ਆਉਂਦੇ, ਸਟੇਸ਼ਨਰੀ ਲੈਣ ਆਉਂਦੇ ਆ, ਅਤੇ ਉਹ ਇਸ ਚੀਜ਼ ਸਿਲੈਕਟ ਕਰ ਸਕਦੇ ਆ। ਜਿਸ ਤਰ੍ਹਾਂ ਉਸ ਤੋਂ ਬਾਅਦ ਇੱਕ ਹੈਗਾ ਓਦਰ ਵਿਜ਼ਿਟ। ਅਗਰ ਇਸ ਤੋਂ ਇਲਾਵਾ ਅਗਰ ਕੋਈ ਇਹਨਾਂ 'ਚ ਪੁਆਇੰਟ ਨਹੀਂ ਹੈਗੇ, ਓਦਰ ਵਿਜ਼ਿਟ ਕਰਨੀ, ਤੁਸੀਂ ਓਦਰ ਵਿਜ਼ਿਟ ਸਿਲੈਕਟ ਕਰ ਸਕਦੇ ਹੋ। ਸਾਰਿਆਂ ਨਾਲ ਪਹਿਲਾਂ ਮੈਂ ਇੱਕ ਵਿਜ਼ਿਟ ਸਿਲੈਕਟ ਕਰਦਾ, ਡੀਲਰ ਵਿਜ਼ਿਟ। ਤੁਸੀਂ ਇੱਥੇ ਰਿਮਾਰਕ ਪਾਉਣਾ, ਡੀਲਰ ਕਿਸ ਚੀਜ਼ ਲਈ, ਕਿਸ ਕੰਮ ਲਈ ਜਾ ਰਹੇ ਹੋ। ਜਿਸ ਤਰ੍ਹਾਂ ਗੁਰੂ ਨਾਨਕ ਮੋਟਰ ਜਾ ਰਹੇ ਤੁਸੀਂ, ਔਰ ਕੈਸ਼ ਕਲੈਕਸ਼ਨ, ਬਸ ਇੰਨਾ ਹੀ ਲਿਖਣਾ ਅਤੇ ਇੱਥੇ ਸੇਵ ਸਬਮਿਟ ਕਰ ਦੇਣਾ। ਬਸ ਤੁਹਾਡੀ ਇਹ ਵਿਜ਼ਿਟ ਕਾਊਂਟ ਹੋ ਗਈ। ਉਸ ਤੋਂ ਬਾਅਦ ਸਪੋਜ਼ ਫਿਰ ਤੁਸੀਂ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਉੱਪਰ, ਤੁਸੀਂ ਕਸਟਮਰ ਦੇ ਘਰ ਜਾਂਦੇ ਹੋ। ਦੇਖੋ ਇੱਥੇ ਕਸਟਮਰ ਦਾ ਵਿਜ਼ਿਟ ਕਰਦੇ ਸਾਰੇ ਤੁਹਾਨੂੰ ਇਹ ਆਪਸ਼ਨਸ ਆ ਗਈ। ਤੁਸੀਂ ਕਿਹੜੇ ਲੋਨ ਘਰ ਗਏ ਹੋ, ਕਿਸ ਬੰਦਾ ਦੇ ਘਰ ਗਏ ਹੋ, AMC 00। ਇੱਕ ਚੀਜ਼ ਯਾਦ ਰੱਖਣੀ ਹੈ, ਤੇ ਪੂਰਾ ਲੋਨ ਕੋਡ ਪਾਉਣਾ, ਕੋਈ ਸ਼ਾਰਟ ਫਾਰਮ ਯੂਜ਼ ਨਹੀਂ ਕਰਨੀ। ਉਸ ਤੋਂ ਬਾਅਦ ਰੋਹਿਤ, ਕਸਟਮਰ ਦਾ ਨੇਮ, ਕਸਟਮਰ ਦਾ ਸਨ ਆਫ ਹੈ, ਡਾਟਰ ਆਫ ਹੈ, ਵਾਈਫ ਆਫ ਹੈ, ਸਨ ਆਫ, ਫਾਦਰ ਨੇਮ, ਕਸਟਮਰ ਦਾ ਨੰਬਰ ਆਲਵੇਸ ਉਹੀ ਪਾਉਣਾ ਜੋ ਚੱਲਦਾ ਪਿਆ ਵਾ। ਜੋ ਕਸਟਮਰ ਨੂੰ ਅਗਰ ਤੁਸੀਂ ਮਿਲੇ ਹੋ ਤੇ ਕਸਟਮਰ ਦਾ ਨੰਬਰ ਉਹ ਪਾਉਣਾ ਜਿਹੜਾ ਚੱਲਦਾ ਪਿਆ। ਕਈ ਵਾਰੀ ਕੀ ਹੁੰਦਾ, ਸਿਸਟਮ ਦੇ ਵਿੱਚ ਕੋਈ ਹੋਰ ਨੰਬਰ ਹੁੰਦਾ, ਬਟ ਐਗਜ਼ੀਕਿਊਟਿਵ ਕੋਲ ਚੱਲਦਾ ਹੋਇਆ ਨੰਬਰ ਹੁੰਦਾ। ਇੱਥੇ ਉਹੀ ਨੰਬਰ ਪਾਉਣਾ ਜਿਹੜਾ ਚੱਲਦਾ ਪਿਆ। ਕੋਲ ਸੈਂਟਰ ਨੇ ਸਾਡੀ ਕਾਲ ਜ਼ਰੂਰ ਕਰੇਗੀ ਇਸ ਲੜਕੀ 'ਤੇ, ਇਸ ਫ਼ੋਨ ਨੰਬਰ 'ਤੇ, ਅਤੇ ਸਾਨੂੰ ਇਹ ਨੰਬਰ ਗਲਤ ਨਹੀਂ ਚਾਹੀਦੇ। ਸਾਰੇ ਐਗਜ਼ੀਕਿਊਟਿਵ ਇਹੋ ਹੀ ਯਾਦ ਰੱਖਣਗੇ ਕਿ ਨੰਬਰ ਜ਼ਰੂਰ ਸਹੀ ਪਾਉਣ। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਕਿ ਜਿਹੜਾ ਨੰਬਰ ਤੁਸੀਂ ਸਿੰਕ ਕਰਨਾ, ਉਹ ਨੰਬਰ ਇਸ ਕਰਕੇ ਤੁਸੀਂ ਪ੍ਰੋਪਰ ਲੈ ਕੇ ਫਿਰ ਕਸਟਮਰ ਦੇ ਪੁੱਛ ਕੇ ਉਹਦੇ ਘਰ 'ਚੋਂ ਵੀ ਇਹਦਾ ਐਕਚੁਅਲੀ ਇਸ ਟਾਈਮ ਨੰਬਰ ਕਿਹੜਾ ਚੱਲ ਰਿਹਾ ਉਹ ਫੀਡ ਕਰਨਾ, ਕਿਉਂਕਿ ਅਸੀਂ ਉੱਥੇ ਕਾਲ ਕਰਨੀ ਹੈ ਕਾਲ ਸੈਂਟਰ ਨੇ। ਔਰ ਇਹਦਾ ਇੱਕ ਇਹ ਬੈਨੀਫਿਟ ਹੋਊਗਾ ਕਿ ਸਾਡੇ ਡੇਟਾਬੇਸ 'ਚ OD ਲਿਸਟ ਸਿਸਟਮ ਦੇ ਵਿੱਚ ਉਹ ਨਵੇਂ ਨੰਬਰ ਸਟੋਰ ਹੋ ਜਾਣਗੇ, ਔਰ ਤਾਂ ਕਿ ਤੁਹਾਨੂੰ ਨੈਕਸਟ ਟਾਈਮ ਉਹਨਾਂ ਘਰਾਂ ਦੇ ਵਿੱਚ ਫਿਰ ਵਿਜ਼ਿਟ ਕਰਨਾ ਜਾਣਾ ਪਵੇ, ਕਾਲ ਸੈਂਟਰ ਉਹਨਾਂ ਨੂੰ ਕਾਲ ਕਰਕੇ ਹੀ ਇੰਸਟਾਲਮੈਂਟ ਮੰਗਵਾਉਣ ਦੇ ਵਿੱਚ ਤੁਹਾਡੀ ਹੈਲਪ ਕਰੂਗੇ। ਸੋ ਇਹਦਾ ਇਹ ਵੀ ਬੈਨੀਫਿਟ ਆ ਕਿ ਤੁਹਾਨੂੰ ਰਿਪੀਟਡਲੀ ਕਸਟਮਰਸ ਦੇ ਘਰ ਕਲੈਕਸ਼ਨ ਵਾਸਤੇ ਨਹੀਂ ਜਾਣਾ ਪਊਗਾ। ਕਾਲਿੰਗ ਕਰਕੇ ਅਸੀਂ ਕਸਟਮਰਸ ਨੂੰ ਫੋਰਸ ਕਰਾਂਗੇ, ਐਜੂਕੇਟ ਕਰਾਂਗੇ ਕਿ ਤੇ ਆਪਣੀ ਇੰਸਟਾਲਮੈਂਟ ਆਪ ਦੇ ਕੇ ਜਾਓ, ਕਿ ਹਰ ਮੰਥ ਤੁਹਾਡੇ ਘਰ ਐਗਜ਼ੀਕਿਊਟਿਵ ਨੇ ਕਿਸ਼ਤ ਲੈਣ ਨਹੀਂ ਆਉਣਾ, ਉਹ ਤੁਹਾਡੇ ਨੂੰ ਉਹਨੂੰ ਉਸ ਚੀਜ਼ ਦੇ ਚਾਰਜਸ ਪੈਣੇ ਆ। ਸੋ ਇਹ ਚੀਜ਼ਾਂ ਅਸੀਂ ਤੁਹਾਡੀ ਹੈਲਪ ਕਰਾਂਗੇ ਤਾਂ ਕਿ ਐਗਜ਼ੀਕਿਊਟਿਵ ਨੂੰ ਘੱਟ ਤੋਂ ਘੱਟ ਟਾਈਮ ਫੀਲਡ ਦੇ ਵਿੱਚ ਜਾਣਾ ਪਵੇ ਕਲੈਕਸ਼ਨ ਲਈ। ਮਤਲਬ ਮਿਨੀਮਮ ਜਾਣਾ ਚਾਹੀਦਾ ਕਿ ਜਿਹੜਾ ਕਸਟਮਰ ਨਹੀਂ ਆ ਰਿਹਾ, ਪਰ ਇਹ ਨਹੀਂ ਕਿ ਹਰ ਮੰਥ ਰੈਗੂਲਰਲੀ ਉਹਨਾਂ ਕਸਟਮਰ ਦੇ ਘਰਾਂ 'ਚ ਹੀ ਅਸੀਂ ਜਾਂਦੇ ਰਹੀਏ। ਜਾਣਾ ਪਊਗਾ, ਬਹੁਤ ਕਸਟਮਰ ਤੁਸੀਂ ਕਹੋਗੇ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਘਰੋਂ ਆ ਕੇ ਲੈ ਜਾਓ, ਬਟ ਅਸੀਂ ਉਹਨਾਂ ਨੂੰ ਐਜੂਕੇਟ ਕਰਾਂਗੇ ਕਾਲ ਕਰਕੇ ਕਿ ਤੁਹਾਨੂੰ ਇਹਦੇ ਚਾਰਜਸ ਪੈ ਰਹੇ ਨੇ, ਔਰ ਬਾਅਦ 'ਚ ਅਸੀਂ NOC ਨਹੀਂ ਦੇਣੀ ਔਰ ਰੋਹਿਤ ਠਾਕੁਰ ਜੀ ਨੇ ਉਹਨਾਂ ਦੀ ਸਿਬਲ ਖਰਾਬ ਕਰਨੀ ਹੈ। ਸੋ ਇਹ ਚੀਜ਼ਾਂ ਅੱਜ ਕੱਲ੍ਹ ਸਿਬਲ ਬਾਰੇ ਹਰ ਬੰਦਾ ਕੌਨਸ਼ੀਅਸ ਹੋ ਰਿਹਾ। ਸੋ ਜਦੋਂ ਅਗਲੇ ਲੱਗੂਗਾ ਕਿ ਇਹ 2-4-5 ਹਜ਼ਾਰ ਰੁਪਏ ਪਿੱਛੇ ਬਾਅਦ ਸਿਬਲ ਖਰਾਬ ਹੋਊਗਾ, ਤਾਂ ਉਸ ਤੋਂ ਬੈਟਰ ਆ ਕਿ ਆਪਾਂ ਆਪ ਦੇ ਆਈਏ। ਸੋ ਇਹਦੇ ਵਿੱਚ ਇਹ ਨੰਬਰ ਨੂੰ ਲੈਣਾ ਬਹੁਤ ਜ਼ਰੂਰੀ ਆ। ਔਰ ਜਿਹੜਾ ਕਿ ਮੇਨ ਇੱਕ ਚੀਜ਼ ਹੋਰ ਆ ਕਿ ਜਿਹੜਾ ਰੋਹਿਤ ਜੀ ਨੇ ਦੱਸਿਆ ਕਿ ਤੁਸੀਂ ਲੋਨ ਕੋਡ ਪੂਰਾ ਪਾਉਣਾ ਹੈਗਾ, ਉਹ ਬੜਾ ਇੰਪੋਰਟੈਂਟ ਆ ਕਿ ਲੋਨ ਕੋਡ ਪੂਰਾ ਫੀਡ ਕਰਨਾ, ਕਿਉਂਕਿ ਅਸੀਂ ਇੱਥੋਂ ਹੀ ਚੱਕ ਕੇ ਇਹਨੂੰ ਸਿੱਧਾ ਸੌਫਟਵੇਅਰ ਦੇ ਵਿੱਚ ਅਪਡੇਟ ਕਰਨਾ ਹੈਗਾ ਜਿੱਥੇ ਤੁਸੀਂ ਵਿਜ਼ਿਟ ਕੀਤੀ ਹੈ। ਸੋ ਨੇਮ, ਫਾਦਰਸ ਨੇਮ, ਡਾਟਰ ਆਫ, ਸਨ ਆਫ, ਜੋ ਬਾਈ ਡਿਫਾਲਟ ਪੁੱਛ ਰਿਹਾ ਉਹ ਤੁਸੀਂ ਪੂਰਾ ਫੀਡ ਕਰਨਾ ਹੈਗਾ। ਤੁਹਾਡੇ ਕੋਲ OD ਲਿਸਟ ਹੁੰਦੀ ਆ, ਤੁਸੀਂ ਉੱਥੋਂ ਦਾ ਪੂਰਾ ਲੋਨ ਕੋਡ ਪਾਉਣਾ ਹੈਗਾ। ਔਰ ਉਸ ਤੋਂ ਬਾਅਦ ਇਹ ਟਾਸਕ ਤਾਂ ਹੀ ਕੰਪਲੀਟ ਹੋਊਗਾ ਜੇ ਅਗਰ ਅਸੀਂ ਫੋਨ ਨੰਬਰ ਨਹੀਂ ਪਾਵਾਂਗੇ, ਇਹ ਸਬਮਿਟ ਨਹੀਂ ਹੋਣੀ। ਸੋ ਜੇ ਤੁਸੀਂ ਕਹੋਗੇ ਅਸੀਂ ਵਿਦਆਊਟ ਫੋਨ ਨੰਬਰ ਫੀਡ ਕੀਤੇ ਜਾਂ ਕੋਈ ਵੀ ਫੀਲਡ ਬਿਨਾਂ ਫੀਡ ਕੀਤੇ ਛੱਡ ਕੇ ਅਧੂਰੀ, ਜੇ ਅਸੀਂ ਉਹਨੂੰ ਪੰਚ ਕਰਨ ਦੀ ਕੋਸ਼ਿਸ਼ ਕਰਾਂਗੇ, ਕਸਟਮਰ ਵਿਜ਼ਿਟ ਨੂੰ ਪੰਚ ਨਹੀਂ ਹੋਣੀ। ਸੋ ਨੈਚੁਰਲੀ ਜੇ ਉਹ ਪੰਚ ਨਹੀਂ ਹੋਊਗੀ ਤਾਂ ਤੁਹਾਡੀ ਪਰਫਾਰਮੈਂਸ ਸ਼ਾਮ ਨੂੰ ਦਿਸਣੀ ਨਹੀਂ ਹੈ ਕਿ ਤੁਸੀਂ ਉਸ ਕਸਟਮਰ ਦੇ ਘਰ ਗਏ ਹੀ ਨਹੀਂ। ਸੋ ਇਸ ਕਰਕੇ ਇਹ ਸੈਲਫ ਚੈੱਕ ਲੱਗ ਜਾਣਾ ਕਿ ਐਗਜ਼ੀਕਿਊਟਿਵ ਨੇ ਜੇ ਕਿਸੇ ਦੇ ਘਰ ਜਾਣਾ ਤੇ ਉਹਨੇ ਪ੍ਰੋਪਰ ਉਹਦੇ ਘਰ 'ਚ ਜਾ ਕੇ ਖੜੇ ਹੋ ਕੇ ਫੀਡ ਕਰਕੇ ਉੱਥੇ ਇਹਨੂੰ ਸਬਮਿਟ ਕਰਨਾ ਹੈਗਾ, ਤਾਂ ਕਿ
ਔਰ ਜੇ ਕਲੈਕਸ਼ਨ ਹੋ ਜਾਂਦੀ ਆ, ਰਿਮਾਰਕਸ ਅੱਗੇ ਆ ਰਹੇ ਨੇ ਕਿ ਜੇ ਕਲੈਕਸ਼ਨ ਹੋ ਗਈ ਤਾਂ ਉਹਨੂੰ ਲਿਖ ਦੇਵੇ ਕਲੈਕਟਡ, ਤੇ ਥਰਮਲ ਪ੍ਰਿੰਟਰ ਨਾਲ ਆਪਾਂ ਰਸੀਟ ਦੇ ਦਿੱਤੀ। ਜੇ ਉਹ ਕੋਈ ਕਮਿਟਮੈਂਟ ਡੇਟ ਦੇ ਰਿਹਾ, ਉਹ ਇੱਥੇ ਡੇਟ ਆਫ ਕਮਿਟਮੈਂਟ ਲਿਖੀ ਜਾਵੇ ਤਾਂ ਕਿ ਕਾਲ ਸੈਂਟਰ ਉਸ ਜੀ ਨੰਬਰ ਤੇ ਫਿਰ ਆਪੇ ਕਾਲ ਕਰੂਗੇ ਕਿ ਤੁਸੀਂ, ਸਾਡਾ ਐਗਜ਼ੀਕਿਊਟਿਵ ਆਇਆ ਸੀ, ਹੁਣ ਤੁਸੀਂ ਆਹ ਤਰੀਕ ਕਹੀ ਸੀ, ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ, ਤੁਸੀਂ ਇੰਸਟਾਲਮੈਂਟ ਦੇ ਕੇ ਆਓ। ਸੋ ਅਸੀਂ ਇਸ ਐਪ ਦੇ ਰਾਹੀਂ ਸਾਰਿਆਂ ਦੀ ਐਫੀਸ਼ੀਐਂਸੀ ਨੂੰ ਇੰਪਰੂਵ ਕਰਨ ਦੀ ਘੱਟ ਤੋਂ ਘੱਟ ਐਫਰਟ ਨਾਲ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਲੈਕਸ਼ਨ ਕਰ ਸਕੀਏ, ਘੱਟ ਤੋਂ ਘੱਟ ਐਫਰਟ ਕਰਕੇ। ਸੋ ਇਹਦੇ ਵਿੱਚ ਇਹ ਹੈਗਾ। ਅੱਗੇ ਰੋਹਿਤ ਜੀ ਟੇਕ ਔਨ ਕਰਦੇ ਆ। ਇਸ ਤੋਂ ਬਾਅਦ ਨੀਚੇ ਰਿਮਾਰਕ ਦੇਖ ਕੇ ਸੇਵ ਦਾ ਬਟਨ ਦਬਾ ਦੇਣਾ, ਬਸ ਸਬਮਿਟ ਹੋ ਗਈ। ਤੁਸੀਂ ਇਹਦੇ ਵਿੱਚ ਦੇਖਿਆ ਕਿ ਸਟਾਰਟ ਟਾਈਮ ਜਸਟ ਇੱਕ ਕਲਿੱਕ ਹੈ, ਕਲਿੱਕ ਨਾ ਹੋ ਜਾਂਦਾ ਹੈ। ਅਪਲਾਈ ਲੀਵ, ਇਹ ਵੀ ਇੱਕ ਜਸਟ ਕਲਿੱਕ ਨਾ ਹੋ ਜਾਂਦੀ ਹੈ। ਇਹ ਵੀ ਬੇਸਿਕ ਇਨਫੋਰਮੇਸ਼ਨ ਨਾਲ ਕੰਪਲੀਟ ਹੋ ਜਾਂਦੀ ਹੈ। ਇਹਦੇ ਵਿੱਚ ਵਿਜ਼ਿਟ ਐਂਟਰੀ ਵਿੱਚ ਸਿਰਫ ਕਸਟਮਰ ਵਿਜ਼ਿਟ, FI ਤੇ ਰੀਪੋ, ਇਹ ਤਿੰਨ ਚੀਜ਼ਾਂ ਸਿਲੈਕਟ ਕਰਨ ਤੇ ਹੀ ਅੱਗੇ ਲੋਨ ਕੋਡ ਪੁੱਛੇਗਾ ਜਾਂ ਕੁਝ ਪੁੱਛੇਗਾ। ਇਸ ਤੋਂ ਇਲਾਵਾ ਅਗਰ ਕੋਈ ਵੀ ਵਿਜ਼ਿਟ ਕਰਦੇ ਹੋ ਤੁਸੀਂ, ਸਿਰਫ ਰਿਮਾਰਕ ਪੁੱਛ ਰਿਹਾ, ਸਿਰਫ ਰਿਮਾਰਕ ਹੀ ਪੁੱਛੇਗਾ ਤੇ ਬਹੁਤ ਈਜ਼ੀ ਹੈ ਇਹਨੂੰ ਪੰਚ ਕਰਨਾ। ਇਹਦੇ ਵਿੱਚ ਹੋਰ ਕੁਝ ਵੀ ਨਹੀਂ ਪੁੱਛ ਰਿਹਾ। ਇੱਕ ਚੀਜ਼ ਹੋਰ, ਅਗਰ ਤੁਸੀਂ FI ਕਰਨ ਜਾਂਦੇ ਹੋ, FI ਦੇ ਟਾਈਮ ਤੇ ਲੋਨ ਕੋਡ ਹਜੇ ਪੰਚ ਨਹੀਂ ਹੋਇਆ ਹੁੰਦਾ ਸਿਸਟਮ ਦੇ ਵਿੱਚ, ਤੇ ਇੱਥੇ ਕ੍ਰਿਫ ID ਤੁਸੀਂ ਲੋਨ ਕੋਡ ਦੀ ਜਗ੍ਹਾ ਜਿੱਥੇ ਲੋਨ ਨੰਬਰ ਹੈ ਉੱਥੇ ਤੁਸੀਂ ਕ੍ਰਿਫ ID ਪਾ ਸਕਦੇ ਹੋ। ਇੱਥੇ ਕ੍ਰਿਫ ID ਤੁਸੀਂ ਲਿਖ ਸਕਦੇ ਹੋ, ਬਾਕੀ ਸਭ ਸੇਮ ਨੇ ਗਿਆ ਉਹਨਾਂ ਵਿੱਚ, ਦੋਨਾਂ ਦੇ ਵਿੱਚ। ਤੇ ਸਿੰਪਲ ਜੀ ਤਿੰਨ ਚੀਜ਼ਾਂ ਆਪਾਂ ਸਿੱਖ ਲਈਆਂ। ਇੱਕ ਡੇ ਸਟਾਰਟ ਕਰਨਾ, ਲੀਵ ਅਪਲਾਈ ਕਰਨਾ, ਵਿਜ਼ਿਟ ਐਂਟਰੀ। ਹੁਣ ਆਪਾਂ ਸਿੱਖਾਂਗੇ ਕਿ ਇੱਕ ਹੈਗਾ ਗੋ ਟੂ ਡੈਸ਼ਬੋਰਡ। ਡੇ ਐਂਡ ਆਪਾਂ ਬਾਅਦ 'ਚ ਲਾਸਟ 'ਚ ਕਰਾਂਗੇ ਕਿਉਂਕਿ ਦਿਨ ਦੀ ਲਾਸਟ ਐਂਡ ਤੱਕ। ਤੇ ਇੱਕ ਚੀਜ਼ ਹੋਰ ਦੱਸਣੀ, ਜਿਹੜੀ ਵਿਜ਼ਿਟ ਐਂਟਰੀ ਹੈਗੀ, ਤੁਸੀਂ ਸਾਰਾ ਦਿਨ ਕੁਝ ਜਿੱਥੇ ਮਰਜ਼ੀ ਵਿਜ਼ਿਟ ਕਰੀ ਜਾਓ, ਇਹ ਮੋਬਾਈਲ ਦੇ ਵਿੱਚ ਸੇਵ ਹੋਈ ਜਾਣੀ ਹੈ। ਅਗਰ ਨੈਟ ਨਹੀਂ ਵੀ ਹੈਗਾ ਤਾਂ ਵੀ ਮੋਬਾਈਲ ਦੇ ਵਿੱਚ ਸੇਵ ਹੋ ਜਾਣੀ ਹੈ। ਬਟ ਜਦੋਂ ਤੁਸੀਂ ਐਟ ਦੀ ਐਂਡ, ਜਦੋਂ ਤੁਸੀਂ ਡੇ ਐਂਡ ਕਰੋਗੇ, ਡੇ ਐਂਡ ਕਰਦੇ ਵਕਤ ਤੁਹਾਨੂੰ ਨੈਟ ਦੇ ਵਿੱਚ ਜਾਣਾ ਪਏਗਾ। ਨੈਟ ਜ਼ਰੂਰੀ ਹੈ, ਡੇ ਸਟਾਰਟ ਡੇ ਐਂਡ ਦੇ ਵਿੱਚ ਨੈਟ ਜ਼ਰੂਰੀ ਹੈ। ਜਦੋਂ ਤੁਸੀਂ ਆਪਾਂ ਡੇ ਐਂਡ ਕਰਾਂਗੇ ਤੇ ਜਿੰਨੀਆਂ ਵੀ ਵਿਜ਼ਿਟ ਤੁਸੀਂ ਆਫਲਾਈਨ ਪਾਈਆਂ ਸਾਰੀ ਕੀ ਸਾਰੀਆਂ ਸਿੰਕ ਹੋ ਜਾਣਗੀਆਂ ਸਿਸਟਮ ਦੇ ਵਿੱਚ। ਤੁਸੀਂ ਜੋ ਵੀ ਕੀਤਾ ਹੈਗਾ ਦਿਨ ਦੇ ਵਿੱਚ ਸਾਰਾ ਸਿਸਟਮ ਦੇ ਵਿੱਚ ਅੱਜ ਹੈਡ ਆਫਿਸ ਕੋ ਆ ਜਾਏਗਾ। ਡੈਸ਼ਬੋਰਡ ਦੇ ਵਿੱਚ ਆਪਾਂ ਦੇਖੀਏ, ਹੁਣ ਆਪਾਂ ਸਾਰਿਆਂ ਨਾਲ ਪਹਿਲੇ ਇੱਕ ਲੀਵ ਲਾਈ ਸੀ, ਇੱਥੇ ਆ ਗਿਆ ਜੀ ਟੋਟਲ ਲੀਵ ਟੇਕਨ ਇਨ ਕਰੰਟ ਮੰਥ। ਇਸ ਮਹੀਨੇ ਆਪਾਂ ਕਿੰਨੀਆਂ ਲੀਵ ਲੈ ਸਕੇ ਹਾਂ ਉਹ ਵੀ ਇੱਥੇ ਆ ਜਾਏਗਾ। ਆ ਦੇਖੋ, ਆਪਾਂ ਕਰੰਟ ਮੰਥ 'ਚ 2 ਵਿਜ਼ਿਟ ਕੀਤੀ। ਆਪਾਂ ਇੱਕ ਡੀਲਰ ਦੀ ਵਿਜ਼ਿਟ ਦਾ ਰਿਮਾਰਕ ਪਾਇਆ ਸੀ, ਇੱਕ ਆਪਾਂ ਕਸਟਮਰ ਦੀ ਘਰ ਆਪਾਂ FI ਕੀਤੀ, ਨੋਰਮਲ ਵਿਜ਼ਿਟ ਕੀਤੀ ਸੀ, ਉਹ ਆ ਗਈ ਸੀ। ਇੱਥੇ ਤੁਹਾਨੂੰ ਆਏਗਾ ਕਿਉਂਕਿ ਆਪਾਂ ਹੁਣੇ ਮੈਂ ਇੱਥੇ ਹੀ ਬਹਿ ਕੇ ਸਾਰਾ ਕੁਝ ਕੀਤਾ, ਇਸ ਕਰਕੇ 0 ਕਿਲੋਮੀਟਰ ਆ ਰਿਹਾ ਕਿ ਤੁਸੀਂ 0 ਕਿਲੋਮੀਟਰ ਚੱਲੇ ਹੋ। ਜਦੋਂ ਤੁਸੀਂ ਡਿਫਰੈਂਟ ਜਗ੍ਹਾ 'ਤੇ ਜਾ ਕੇ ਪਾਓਗੇ ਇੱਥੇ ਕਿਲੋਮੀਟਰ ਤੁਹਾਡੇ ਆਟੋਮੈਟਿਕ ਨੋਟ ਹੁੰਦੇ ਜਾਣਗੇ। ਤੁਹਾਨੂੰ ਵੀ ਪਤਾ ਚੱਲੇਗਾ ਕਿ ਪੂਰੇ ਮਹੀਨੇ ਤੁਸੀਂ ਕਿੰਨਾ ਚੱਲੇ ਹੋ, 1 ਤਰੀਕ ਤੋਂ ਲੈ ਕੇ 29 ਤਰੀਕ 30 ਤਰੀਕ ਤੱਕ ਕਿੰਨਾ ਚੱਲੇ ਹੋ, ਤੁਹਾਡੇ ਕਿੰਨਾ। ਇਸੇ ਬੇਸ 'ਤੇ ਆਪਾਂ ਤੁਹਾਨੂੰ ਫਿਊਲ ਪਰ ਕਿਲੋਮੀਟਰ ਵਾਈਜ਼ ਇਸ ਫਿਊਲ ਦੇਵਾਂਗੇ। ਹੈੱਡ ਆਫਿਸ ਨੂੰ ਪਤਾ ਚੱਲੇਗਾ ਤੁਸੀਂ ਕਿੰਨੇ ਕਸਟਮਰਾਂ ਨਾਲ ਟੱਚ ਕਰਦੇ ਪਏ ਹੋ, ਤੇ ਇੱਥੋਂ ਲੀਵ ਦਾ ਵੀ ਪਤਾ ਚੱਲ ਜਾਏਗਾ। ਇੱਕ ਡੈਸ਼ਬੋਰਡ ਬਣਾਇਆ ਸੀ ਛੋਟਾ ਜਿਹਾ। ਤੇ ਇਸ ਤੋਂ ਬਾਅਦ ਇੱਕ ਮੈਸੇਜਿੰਗ ਦਾ ਹੈ, ਇਹ ਅੰਡਰ ਪ੍ਰੋਸੈਸ ਹੈ, ਇਹ 15 ਕੁ ਦਿਨ ਤੱਕ ਆ ਜਾਏਗਾ। ਇਹਦੇ ਵਿੱਚ ਕੋਈ ਵੀ ਆਪਾਂ ਮੈਸੇਜ ਦੇਣਾ ਤੁਹਾਨੂੰ ਕਿ ਆਹ ਗੱਡੀ ਰਿਪੋ ਕਰ ਲਓ, ਆਹ ਕੇਸਾਂ ਦੇ ਕੰਮ ਕਰ ਲਓ, ਕੋਈ ਵੀ ਇਨਸੈਂਟਿਵ ਦੀ ਸਕੀਮ ਹੈਗੀ ਹੈ, ਕੁਛ ਵੀ ਕਿਸੇ ਵੀ ਤਰ੍ਹਾਂ ਦਾ ਇਨਸੈਂਟਿਵ ਹੈੱਡ ਆਫਿਸ ਨੇ ਕਹਿਣਾ ਕਿ ਸੰਡੇ ਓਪਨ ਹੈ ਜਾਂ ਕੁਛ ਵੀ ਕਿਸੇ ਤਰ੍ਹਾਂ ਦਾ, ਇੱਥੇ ਇਨਸੈਂਟਿਵ ਬਲਿੰਕ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ ਇੱਕ ਦਿਨ ਦੇ ਵਿੱਚ ਤੁਸੀਂ 10-15 ਵਿਜ਼ਿਟ ਕਰਨੀ ਹੈ ਅਤੇ ਇਹ ਵਾਰ ਤੁਸੀਂ ਜਦੋਂ ਐਪ ਯੂਜ਼ ਕਰਨੀ ਤੁਹਾਨੂੰ ਇੱਥੇ ਪਤਾ ਚੱਲ ਜਾਏਗਾ ਕਿ ਹੈੱਡ ਆਫਿਸ ਨੇ ਕੋਈ ਮੈਸੇਜ ਪਾਇਆ। ਉਸ ਤੋਂ ਬਾਅਦ ਇੱਕ ਫਾਈਲ ਸ਼ੇਅਰ, ਇਹਦੇ ਵਿੱਚ ਆਪਾਂ ਓਡੀ ਲਿਸਟ ਤੁਹਾਨੂੰ ਸ਼ੇਅਰ ਕਰਾਂਗੇ, 1 ਅਕਤੂਬਰ ਵਾਲੀ ਲਿਸਟ ਸ਼ੇਅਰ ਕਰਾਂਗੇ। ਕੋਈ ਵੀ ਐਗਜ਼ੀਕਿਊਟਿਵ ਖੁੱਲ੍ਹੇਗਾ, ਬਲਿੰਕ ਕਰੇਗਾ ਕਿ ਹੈੱਡ ਆਫਿਸ ਨੇ ਕੋਈ ਲਿਸਟ ਪਾਈ ਹੈ, ਤੁਸੀਂ ਆਪਣੀ ਓਡੀ ਲਿਸਟ ਇੱਥੋਂ ਦੀ ਡਾਊਨਲੋਡ ਕਰ ਸਕਦੇ ਹੋ। ਹਰ ਇੱਕ EMPLOYE ਨੂੰ ਅਲੱਗ-ਅਲੱਗ ਲਿਸਟਾਂ ਭੇਜੀ ਜਾਣਗੀਆਂ, ਕੋਈ ਰਿਪੋ ਦੀ, ਕੋਈ ਹਾਰਡ ਦੀ ਟੀਮ ਹੋਏਗੀ ਜਾਂ ਕੁਛ ਵੀ ਬ੍ਰਾਂਚ EMPLOYE ਹੋਏਗਾ, ਉਹਨੂੰ ਆਪਾਂ ਕੋਈ ਵੀ ਸਪੈਸੀਫਿਕ ਲਿਸਟ 'ਤੇ ਕਿ ਤੁਸੀਂ ਆਹ ਵਾਲੇ ਕੋਡਾਂ 'ਤੇ ਵਿਜ਼ਿਟ ਨਹੀਂ ਕੀਤੀ। ਇਸ ਐਪ ਦਾ ਇੱਕ ਹੋਰ ਹੈ, ਤੁਸੀਂ ਹਰ ਇੱਕ ਵਿਜ਼ਿਟ ਦੇ ਉੱਤੇ ਲੋਨ ਕੋਡ ਪਾਉਂਦੇ ਪਏ ਹੋ। ਅਗਰ 1 ਅਕਤੂਬਰ ਵਾਲੀ ਲਿਸਟ 'ਤੇ ਕਿਸੇ ਬ੍ਰਾਂਚ ਦੇ 200 ਕੇਸ ਲਾਸਟ 'ਚ ਬਚ ਜਾਂਦੇ ਕਿ 200 ਕੇਸ ਕਲੈਕਸ਼ਨ ਨਹੀਂ ਹੋਈ, ਤਾਂ ਆਪਾਂ ਇਸ ਐਪ ਦੇ ਥਰੂ ਦੇਖ ਸਕਾਂਗੇ ਉਸ 200 ਕੇਸਾਂ 'ਚ ਕਿੰਨੇ ਕੇਸਾਂ ਦੇ ਵਿੱਚ ਤੁਸੀਂ ਘਰ ਨਹੀਂ ਗਏ। ਅਤੇ ਫਿਰ ਉਹ ਆਪਾਂ ਤੁਹਾਨੂੰ ਐਕਸਕਲੂਸਿਵ ਲਿਸਟ ਦੇ ਸਕਦੇ ਹਾਂ ਕਿ ਤੁਸੀਂ ਇਹ ਨੈਕਸਟ 5 ਡੇ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜਾਂ 10 ਤਰੀਕ ਤੱਕ ਸਿਰਫ ਆਹੀ ਕੇਸ ਵਾਚ ਕਰਨੇ ਆ। ਕਾਫੀ ਤੁਹਾਨੂੰ ਉਹਨਾਂ ਨੇ, ਰੋਹਿਤ ਜੀ ਨੇ ਐਕਸਪਲੇਨ ਕਰ ਦਿੱਤਾ ਹੈਗਾ ਕਿ ਇਹਦੇ ਵਿੱਚ ਬੜਾ ਸਿੰਪਲੀ ਬਹੁਤ ਥੋੜ੍ਹਾ ਜਿਹਾ ਫੀਡਿੰਗ ਕਰਕੇ ਕਾਫੀ ਇਹਦੇ ਵਿੱਚ ਤੁਹਾਨੂੰ ਡੇਟਾ ਪਤਾ ਲੱਗ ਜਾਂਦਾ ਹੈਗਾ। ਬ੍ਰਾਂਚ ਮੈਨੇਜਰਸ ਨੂੰ, ਐਗਜ਼ੀਕਿਊਟਿਵਸ ਨੂੰ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਵੀ ਟੋਟਲ ਮੈਂ ਪੂਰੇ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਚੱਲਿਆ,
ਕਿੰਨੇ ਮੈਂ ਵਿਜ਼ਿਟ ਕੀਤੇ, ਕਿਹੜੇ ਕਸਟਮਰ ਵਿਜ਼ਿਟ ਹੋ ਗਏ, ਕਿਹੜੇ ਨਹੀਂ ਵਿਜ਼ਿਟ ਹੋਏ, ਉਹ ਆਪਾਂ ਵੀਕਲੀ ਬੇਸਿਸ 'ਤੇ ਮੋਨੀਟਰ ਕਰ ਸਕਦੇ ਹਾਂ ਕਿ ਇਸ ਬੰਦੇ ਕੋਲ ਇੰਨੇ ਹਾਰਡ ਕੇਸਿਸ ਨੇ ਜਿਹੜੇ ਕਿ ਇਸ ਪੂਰੇ ਹਫਤੇ ਦੇ ਵਿੱਚ ਇਹਨੇ ਵਿਜ਼ਿਟ ਹੀ ਨਹੀਂ ਕੀਤੇ, ਔਰ ਕੋਈ ਗਲਤ ਵਿਜ਼ਿਟ ਨਹੀਂ ਪਾ ਸਕਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਪੋਜ਼ਡਲੀ ਉਹ ਬੰਦਾ ਕੋਈ ਵੀ ਲੋਨ ਕੋਡ ਪਾ ਕੇ ਕਿਸੇ ਵੀ ਲੋਕੇਸ਼ਨ 'ਤੇ ਖੜਾ ਹੋ ਕੇ ਕਹੂਗਾ ਕਿ ਜੀ ਮੈਂ ਇਸ ਘਰ ਖੜਾ, ਉਹ ਜਦੋਂ ਉਹਨਾਂ ਨੇ ਸਬਮਿਟ ਕਰਨਾ ਉਹਨੇ ਜੀਓ ਟੈਗ ਹੋ ਜਾਣਾ। ਇਸ ਤਰ੍ਹਾਂ ਹੀ ਨਾ ਰੋਹਿਤ ਜੀ। ਹਾਂਜੀ ਸੋ ਜਦ ਜੀਓ ਟੈਗ ਹੋ ਜਾਣਾ, ਉਹ ਪਿਨ ਕੋਡ ਦੇ ਨਾਲ ਉਦੋਂ ਹੀ ਪਤਾ ਲੱਗ ਜਾਏਗਾ ਕਿ ਇਹ ਐਕਚੁਅਲ ਕਸਟਮਰ ਦਾ ਐਡਰੈਸ ਜੋ ਸਾਡੇ ਸਿਸਟਮ 'ਚ ਬੋਲ ਰਿਹਾ ਐਜ਼ ਪਰ ਆਧਾਰ ਕਾਰਡ ਆ, ਪਰ ਇਹ ਜੀਓ ਟੈਗ ਉੱਥੇ ਨਹੀਂ ਹੋਇਆ। ਸੋ ਕਸਟਮਰ ਦੇ ਘਰ, ਉਸ ਪਿੰਡ, ਉਸ ਲੋਕੇਸ਼ਨ 'ਤੇ ਐਗਜ਼ੀਕਿਊਟਿਵ ਨੂੰ ਜਾਣਾ ਹੀ ਪਊਗਾ। ਕੋਈ ਇਹਦੇ ਵਿੱਚ ਗਲਤ ਲੋਕੇਸ਼ਨ ਸਿੰਕ ਨਹੀਂ ਕਰ ਸਕਦਾ। ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ FI ਦੀ ਜੀਓ ਟੈਗਿੰਗ ਕਰ ਰਹੇ ਹਾਂ, ਇਹਦੇ ਨਾਲ ਆਪਾਂ ਨੂੰ ਇਹ ਇੱਕ ਆਰਾਮ ਇਹ ਵੀ ਹੋ ਜਾਊਗਾ ਬ੍ਰਾਂਚ ਮੈਨੇਜਰਸ ਵਾਸਤੇ। ਮੈਂ ਕਹਿ ਰਿਹਾ ਕਿ ਜਿਹੜੇ ਐਗਜ਼ੀਕਿਊਟਿਵ ਸਪੋਜ਼ਲੀ ਕੱਲ੍ਹ ਨੂੰ ਕੋਈ ਐਗਜ਼ੀਕਿਊਟਿਵ ਸਾਨੂੰ ਲੀਵ ਕਰ ਜਾਂਦਾ, ਛੱਡ ਜਾਂਦਾ ਕੰਪਨੀ, ਜਾਂ ਕੰਪਨੀ ਰਿਮੂਵ ਕਰ ਦਿੰਦੀ ਹੈ, ਸੋ ਉਹਦੇ ਵਿੱਚ ਕੀ ਆ ਕਿ ਜੇ ਸਪੋਜ਼ਲੀ ਜਿੰਨੇ ਘਰ ਇਸ ਸਿਸਟਮ ਦੇ ਵਿੱਚ ਇਸ ਐਪ ਦੇ ਥਰੂ ਜੀਓ ਟੈਗ ਹੋ ਜਾਣਗੇ, ਐਟਲੀਸਟ ਤੁਸੀਂ ਨਵੇਂ ਐਗਜ਼ੀਕਿਊਟਿਵ ਨੂੰ ਉਹਨਾਂ ਕਸਟਮਰਸ ਨੂੰ ਡਾਇਰੈਕਟਲੀ ਜੀਓ ਟੈਗਿੰਗ ਦੇ ਸਾਡੇ ਕੋਲ ਜਿਹੜਾ ਡਾਟਾ ਪਿਆ, ਹਿਸਟਰੀ ਹੈ, ਅਸੀਂ ਉੱਥੋਂ ਭੇਜ ਸਕਦੇ ਹਾਂ ਵੀ ਇਸ ABCD ਸਪੋਜ਼ 4 ਬੰਦਿਆਂ ਦੇ ਐਡਰੈਸ ਚਾਹੀਦੇ ਨੇ, ਸਾਡੇ ਕੋਲ ਇਸ ਐਪ ਦੇ ਥਰੂ ਹਮੇਸ਼ਾ ਲਈ ਸਟੋਰਡ ਆ। ਅਸੀਂ ਉਹਨਾਂ ਦੇ ਘਰ ਈਜ਼ੀਲੀ ਦੱਸ ਸਕਦੇ ਹਾਂ ਨਵੇਂ ਐਗਜ਼ੀਕਿਊਟਿਵ ਨੂੰ ਕਿ ਆਹ ਐਡਰੈਸ ਆ, ਜੀਓ ਟੈਗ ਸਾਡੇ ਕੋਲ ਹੋਇਆ, ਅਸੀਂ ਉਹਦੇ ਬੇਸਿਸ 'ਤੇ ਉਹਨਾਂ ਕਸਟਮਰਸ ਦੇ ਫਿਰ ਘਰ ਦੇ ਵਿੱਚ ਨਵੇਂ ਐਗਜ਼ੀਕਿਊਟਿਵ ਨੂੰ ਵਿਦਿਨ ਮਿੰਟਸ ਭੇਜ ਸਕਦੇ ਹਾਂ। ਮਤਲਬ ਉਹਨੂੰ ਘਰ ਜਾ ਕੇ ਲੱਭਣ ਦੀ, ਉਹਨਾਂ ਪਿੰਡਾਂ ਨੂੰ ਲੱਭਣ ਦੀ ਕੋਈ ਪਰੇਸ਼ਾਨੀ ਨਹੀਂ ਹੋਊਗੀ। ਸੋ ਡੇਟਾ ਵੀ ਇੱਥੇ ਸਾਡੇ ਕੋਲ ਸਟੋਰ ਹੋ ਰਿਹਾ, ਜ਼ਿਆਦਾ ਸਾਡੇ ਕੋਲ ਐਡਰੈਸਿਸ ਜੀਓ ਟੈਗ ਹੋ ਜਾਣਗੇ। ਹੁਣ ਤਾਂ ਨਵੀਂ FI ਜੀਓ ਟੈਗ ਹੋ ਰਹੀ ਹੈ, ਪਰ ਹੁਣ ਪੁਰਾਣੇ ਕੇਸਿਸ ਨੂੰ ਅਸੀਂ ਇਹਦੇ ਰਾਹੀਂ ਬਹੁਤ ਛੇਤੀ ਜੀਓ ਟੈਗ ਕਰ ਦਿਆਂਗੇ। ਸੋ ਇਹਦਾ ਇਹ ਵੀ ਬੈਨੀਫਿਟ ਹੈਗਾ। ਡੇ ਸਟਾਰਟ ਕਲੀਅਰ ਹੋ ਗਿਆ, ਅਪਲਾਈ ਲੀਵ ਕਲੀਅਰ ਹੋ ਗਿਆ, ਵਿਜ਼ਿਟ ਐਂਟਰੀ ਹੋ ਗਈ, ਮੈਸੇजेस ਤੁਹਾਨੂੰ ਡ੍ਰੌਪ ਹੋਣੇ ਸ਼ੁਰੂ ਹੋ ਜਾਣਗੇ। ਜਿਵੇਂ ਰੋਹਿਤ ਜੀ ਨੇ ਕਿਹਾ ਕਿ ਤੁਹਾਨੂੰ ਬਹੁਤ ਬ੍ਰਾਂਚਿਸ ਅਸੀਂ ਦੇਖ ਰਹੇ ਹਾਂ, ਔਰ ਬ੍ਰਾਂਚਿਸ ਵੱਧਦੀਆਂ ਜਾ ਰਹੀਆਂ ਨੇ। ਅੱਜ 35 ਦੇ ਕਰੀਬ ਬ੍ਰਾਂਚਿਸ ਨੇ, ਨੈਕਸਟ ਈਅਰ 50 ਹੋ ਜਾਣਗੀਆਂ, 60 ਹੋ ਜਾਣਗੀਆਂ। ਸੋ ਹਰੇਕ ਬ੍ਰਾਂਚ ਨੂੰ ਅਸੀਂ ਵੀ ਹੈੱਡ ਆਫਿਸ ਇਕੱਲੇ ਐਗਜ਼ੀਕਿਊਟਿਵ ਨੂੰ ਨਹੀਂ ਸਮਝਾ ਪਾਉਂਦਾ, ਸਾਡੇ ਕੋਲ ਟਾਈਮ ਨਹੀਂ ਹੈਗਾ। ਔਰ ਕਈ ਵਾਰੀ ਅਸੀਂ ਦੇਖ ਰਹੇ ਹਾਂ ਕਿ ਐਗਜ਼ੀਕਿਊਟਿਵਸ ਨੂੰ ਗੱਲ ਕਲੀਅਰ ਹੀ ਨਹੀਂ ਹੁੰਦੀ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਇਨਸੈਂਟਿਵ ਸਾਨੂੰ ਮਿਲੂਗਾ। ਸੋ ਇਹਦੇ ਵਿੱਚ ਕੀ ਹੈ ਕਿ ਹਰੇਕ ਐਗਜ਼ੀਕਿਊਟਿਵ ਨੂੰ ਅਸੀਂ ਡ੍ਰੌਪ ਕਰ ਦੇਣਾ ਇੱਕ ਮੈਸੇਜ ਕਿ ਆਹ ਇਨਸੈਂਟਿਵ ਅੱਜ ਤੋਂ ਲਾਗੂ ਆ, ਆਹ ਦੀਵਾਲੀ ਦਾ ਇਨਸੈਂਟਿਵ ਆ, ਆਹ ਰੈਪੋ ਦਾ ਇਨਸੈਂਟਿਵ ਆ, ਆਹ ਪਰਟੀਕੂਲਰ ਕੇਸਿਸ 'ਤੇ ਅਸੀਂ ਜ਼ਿਆਦਾ ਇਨਸੈਂਟਿਵ ਦੇ ਰਹੇ ਹਾਂ। ਉਹ ਇਕੱਲੇ ਨੂੰ ਇਹ ਵੀ ਪਤਾ ਲੱਗ ਸਕਦਾ ਕਿ ਮੇਰਾ ਪੂਰੇ ਮੰਥ ਦਾ ਇਨਸੈਂਟਿਵ ਬਣਿਆ ਕਿੰਨਾ। ਸੋ ਅਸੀਂ ਉਹ ਵੀ ਉੱਤੇ ਮੈਸੇਜ ਡ੍ਰੌਪ, ਮਤਲਬ ਜੋ ਵੀ ਮੈਸੇਜ ਅਸੀਂ ਇੱਥੇ ਡ੍ਰੌਪ ਕਰ ਸਕਦੇ ਹਾਂ। ਸੋ ਇਹਦੇ ਨਾਲ ਵੀ ਡਾਇਰੈਕਟ ਕੰਟੈਕਟ ਦੇ ਵਿੱਚ ਐਗਜ਼ੀਕਿਊਟਿਵਸ ਆ ਜਾਣਗੇ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਬੇਸਿਕਲੀ ਵਧਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ। ਵੀ ਪਰਫਾਰਮੈਂਸ ਸਟਰੋਂਗ ਹੋਊਗੀ, ਕੰਪਨੀ ਦੀ ਕਲੈਕਸ਼ਨ ਵਧੂਗੀ, FIs ਫਾਸਟ ਹੋਣਗੀਆਂ, ਅਸੀਂ ਜ਼ਿਆਦਾ ਕੇਸ ਭਰ ਸਕਾਂਗੇ, ਕਿਉਂਕਿ ਕਲੈਕਸ਼ਨ ਅੱਛੀ ਹੈ ਤਾਂ ਜ਼ਿਆਦਾ ਕੇਸ ਭਰਾਂਗੇ, ਨੈਚੁਰਲੀ ਭਰਾਂਗੇ। ਤਾਂ ਜਿੰਨੇ ਜ਼ਿਆਦਾ ਕੇਸ ਭਰਾਂਗੇ ਉਨਾ ਹੀ ਐਗਜ਼ੀਕਿਊਟਿਵ ਨੂੰ ਇਨਸੈਂਟਿਵ ਬਣੂਗਾ, ਜਿੰਨੇ ਜ਼ਿਆਦਾ ਨੰਬਰ ਆਫ ਕੇਸਿਸ ਹੋਣਗੇ ਉਨਾ ਹੀ ਬ੍ਰਾਂਚ ਦਾ ਜ਼ਿਆਦਾ ਇਨਸੈਂਟਿਵ ਹੋਊਗਾ। ਸੋ ਇਹ ਬੇਸਿਕਲੀ ਐਪ ਨੂੰ ਆਪਾਂ ਨੇ ਪੋਜ਼ਿਟਿਵਲੀ ਲੈ ਕੇ ਇੰਪਲੀਮੈਂਟ ਕਰਾਉਣਾ ਹੈਗਾ ਐਗਜ਼ੀਕਿਊਟਿਵਸ ਨੂੰ, ਔਰ ਇੱਕ ਮੈਸੇਜ ਬੜਾ ਪੋਜ਼ਿਟਿਵ ਜਾਣਾ ਚਾਹੀਦਾ ਕਿ ਐਫੀਸ਼ੀਐਂਸੀ ਵਧਾਉਣ ਲਈ ਆ ਜੀ। ਇਹ ਅਸੀਂ ਇਸ ਤਰ੍ਹਾਂ ਕੋਈ ਐਪ ਨਹੀਂ ਬਣਾਈ ਹੈਗੀ ਕਿ ਅਸੀਂ ਕਿਸੇ ਨੂੰ ਬੇਸਿਕਲੀ ਕੋਈ ਵੀ ਅਸੀਂ ਨੈਗੇਟਿਵਲੀ ਇਹਨੂੰ ਨਹੀਂ ਲਾਂਚ ਕਰਨਾ। ਇਹ ਪੋਜ਼ਿਟਿਵ ਨੋਟ 'ਤੇ ਬਣਵਾਈ ਗਈ ਆ ਕਿ ਅਸੀਂ ਇਹਦੇ ਨਾਲ ਐਫੀਸ਼ੀਐਂਸੀ ਵਧਾਉਣੀ ਆ। ਉਹਦੇ ਵਿੱਚ ਸਾਡੀ ਫਿਊਲ ਸੇਵਿੰਗ ਵੀ, ਫਿਊਲ ਸੇਵਿੰਗ ਕੰਪਨੀ ਕਹਿ ਰਹੀ ਹੈ ਕਿ ਫਿਊਲ ਸੇਵਿੰਗ ਹੋਊਗੀ, ਬਟ ਐਗਜ਼ੀਕਿਊਟਿਵ ਜਿਹੜੇ ਕਹਿੰਦੇ ਕਿ ਸਾਨੂੰ ਪੂਰੇ ਨਹੀਂ ਮਿਲਦੇ ਅਤੇ ਉਹ ਪੂਰੇ ਪੈਸੇ ਨਹੀਂ ਮਿਲਦੇ ਫਿਊਲ ਦੇ, ਉਹ ਵੀ ਪਲੱਗ ਹੋ ਜਾਊਗਾ। ਹੁਣ ਕੰਪਨੀ ਕਹਿ ਰਹੀ ਅਸੀਂ ਜ਼ਿਆਦਾ ਦੇ ਰਹੇ ਹਾਂ, ਐਗਜ਼ੀਕਿਊਟਿਵ ਕਹਿ ਰਿਹਾ ਮੈਨੂੰ ਪੂਰੇ ਨਹੀਂ ਆ ਰਹੇ। ਸੋ ਜਿੰਨੇ ਕਿਲੋਮੀਟਰ ਮੰਥ ਦੇ ਵਿੱਚ ਚੱਲੂਗਾ ਉਹਦੀ ਐਵਰੇਜ, ਜੋ ਜਿਹੜੀ ਗੱਡੀ ਯੂਜ਼ ਕਰ ਰਿਹਾ ਉਹਦੇ ਬੇਸਿਸ 'ਤੇ ਜੋ ਉਹਦੀ ਐਵਰੇਜ ਹੈ ਗੱਡੀ ਦੀ, ਇੱਕ ਨੋਰਮਲੀ ਉਸ ਪਰਟੀਕੂਲਰ ਗੱਡੀ ਦੀ ਐਵਰੇਜ ਆ, ਉਹਦੇ ਬੇਸਿਸ 'ਤੇ ਫਿਊਲ ਐਲੋਕੇਟ ਹੋ ਜਾਊਗਾ। ਸੋ ਤਾਂ ਕਿ ਇਹ ਸਾਰੇ ਜਿਹੜੇ ਹੈਗੀਆਂ ਨੇ ਪਰੇਸ਼ਾਨੀਆਂ ਸਾਰੀਆਂ ਦੂਰ ਹੋ ਜਾਣਗੀਆਂ। ਫਾਈਲ ਸ਼ੇਅਰ ਜਿਵੇਂ ਦੱਸਿਆ ਹੈਗਾ ਰੋਹਿਤ ਜੀ ਨੇ, ਮੈਂ ਫਿਰ ਰਿਪੀਟ ਕਰ ਦੇਣਾ ਕਿ ਇਹਦੇ ਵਿੱਚ ਸਾਰੀਆਂ ਫਾਈਲ ਸ਼ੇਅਰ ਹੋ ਜਾਣੀਆਂ ਨੇ ਕਿ ਕੋਈ ਵੀ OD ਲਿਸਟ, ਕੋਈ ਪਰਟੀਕੂਲਰ ਕੇਸ ਹੀ ਆ ਜਾਂਦੇ ਨੇ ਕਿ ਜੀ ਆਹ ਕੇਸਿਸ ਦਾ ਬਹੁਤ ਟੌਪ ਪ੍ਰਾਇੋਰਟੀ ਆ, ਪਹਿਲਾਂ ਇਹਨਾਂ ਨੂੰ ਹੱਲ ਕਰੋ। ਸੋ ਸਾਨੂੰ ਪਤਾ ਕਿ ਐਗਜ਼ੀਕਿਊਟਿਵ ਜਿਹੜੇ ਘਰਾਂ 'ਚ ਜਾ ਰਹੇ ਆ ਉਹ ਤਾਂ ਬੜੇ ਸੌਫਟ ਕੇਸਿਸ ਨੇ, ਉਹ ਤਾਂ ਅਸੀਂ ਅਗਲੇ ਦਿਨ ਵੀ ਕਰਵਾ ਲਾਂਗੇ, ਉਹ ਤੋਂ ਅਗਲੇ ਦਿਨ ਵੀ ਕਰਵਾ ਲਾਂਗੇ। ਬਟ ਕੋਈ ਟੌਪ ਪ੍ਰਾਇੋਰਟੀ ਆ ਕਿ ਜੀ ਇਹ ਪਾਰ 90 'ਚ ਕੇਸ ਚਲੇ ਗਏ ਨੇ ਜਾਂ 2 ਮਹੀਨੇ ਤੋਂ ਇਹ ਕਸਟਮਰ ਨੂੰ ਨਹੀਂ ਕੁਝ ਹਿਲਾਇਆ ਜਾ ਰਿਹਾ, ਤਾਂ ਪਹਿਲਾਂ ਇਹਨਾਂ 'ਤੇ ਕੰਮ ਕਰਨਾ ਚਾਹੀਦਾ। ਜਿਵੇਂ ਰੋਹਿਤ ਜੀ ਨੇ ਕਿਹਾ ਕਿ ਮੰਥ ਐਂਡ 'ਤੇ ਸਪੋਜ਼ ਕਰੋ ਇੱਕ ਐਗਜ਼ੀਕਿਊਟਿਵ 10 ਕੇਸ ਛੱਡ ਗਿਆ, ਕੋਈ 20 ਛੱਡ ਗਿਆ, ਅਸੀਂ ਕਹਿਣਾ ਕਿ ਪਹਿਲੀਆਂ 5 ਤਰੀਕਾਂ 'ਚ ਤੁਸੀਂ ਇਹਨਾਂ ਘਰਾਂ 'ਚ ਹੀ ਜਾਣਾ। ਸੋ ਉਹ ਸਾਨੂੰ ਅੱਜ ਨਹੀਂ ਪਤਾ ਲੱਗਦਾ, ਤੁਹਾਨੂੰ ਵੀ ਪਤਾ ਨਹੀਂ ਲੱਗਦਾ ਵੀ ਉਹਨਾਂ 'ਤੇ ਕੰਮ ਹੋਇਆ ਕਿ ਨਹੀਂ ਹੋਇਆ। ਸੋ ਹੁਣ ਕੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਉਹ ਪਰਟੀਕੂਲਰ ਕੇਸਿਸ ਨੂੰ ਵਿਜ਼ਿਟ ਕਰਨਗੇ, ਜੀਓ ਟੈਗ ਕਰਨਗੇ, ਤਾਂ ਸਾਨੂੰ ਪਤਾ ਲੱਗ ਜਾਊਗਾ ਵੀ ਉਹਨਾਂ ਦੇ ਕਸਟਮਰ ਦੇ ਘਰ ਵਿਜ਼ਿਟ ਕੀਤੀ ਗਈ ਹੈ। ਵਿਜ਼ਿਟ ਕੀਤੀ ਜਾਂ ਕਲੈਕਸ਼ਨ ਹੋ ਜੂਗੀ, ਜਾਂ ਡੇਟ ਆਫ ਕਮਿਟਮੈਂਟ ਮਿਲ ਜੂਗੀ, ਜਾਂ ਰੈਪੋ ਹੋ ਜੂਗਾ, ਤਿੰਨ ਹੀ ਗੱਲਾਂ ਹੋਣਗੀਆਂ। ਜੇ ਇਸ ਤੋਂ ਬਾਅਦ ਕੋਈ ਰਹਿ ਜੂਗਾ, ਇਸ਼ੂ ਹੋ ਰਹੂਗਾ ਜੀ ਕਸਟਮਰ ਘਰ ਨਹੀਂ ਮਿਲ ਰਿਹਾ, ਫਿਰ ਆਪਾਂ ਉਹਨਾਂ ਦੇ ਗਰੰਟਰਸ ਨੂੰ ਟਰੈਕ ਕਰਾਂਗੇ। ਮਤਲਬ ਆਪਾਂ ਡੀਪ
ਡਿਟੇਲਿੰਗ ਦੇ ਵਿੱਚ ਜਾਵਾਂਗੇ ਕਿ ਆਪਾਂ ਨੇ ਉਹ ਕਸਟਮਰਸ ਨੂੰ ਹਿਲਾਉਣਾ ਹੀ ਹਿਲਾਉਣਾ। ਹੁਣ ਸਾਨੂੰ ਨਹੀਂ ਪਤਾ ਲੱਗਦਾ। ਹੁਣ ਫੁੱਟਨੋਟ, ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ, ਫੁੱਟਨੋਟ ਕੇਸਿਸ ਆ, ਕਿਸੇ ਦਾ 4000 ਖੜਾ, 3000 ਖੜਾ, 2500 ਖੜਾ। ਤੁਹਾਡੀ ਬ੍ਰਾਂਚ, ਹਰੇਕ ਦੀ ਬ੍ਰਾਂਚ 100 ਕੇਸ ਇਹੋ ਜਿਹਾ ਹੋਣਾ ਘੱਟੋ ਘੱਟ। ਵੈਸ ਖੜੀ ਹੈ ਜੀ ਇਕੱਲੀ। ਹੁਣ ਐਗਜ਼ੀਕਿਊਟਿਵਸ ਨੂੰ ਪੁੱਛੋਗੇ, ਤੁਸੀਂ ਕਹਿੰਦਾ ਸਰ ਉਹ 2500 ਰੁਪਏ ਖੜਾ, ਕੋਈ ਗੱਲ ਨਹੀਂ ਜੀ, ਤਾਂ ਆ ਹੀ ਜਾਊਗਾ। ਉਹ ਨਹੀਂ ਜਾ ਰਿਹਾ ਉਹਦੇ ਕਾਰਨ 2500। ਪਰ ਤੁਸੀਂ ਇਮੈਜਿਨ ਕਰੋ ਕਿ 2500 ਕਰਕੇ ਜੇ ਪੂਰੀ ਕੰਪਨੀ ਦੇ ਕੇਸ ਦੇਖੇ ਜਾਣ ਤਾਂ 2000 ਕੇਸ ਇਕੱਠਾ ਹੋ ਜਾਣਾ ਜੀ। ਤੇ ਉਹਦੀ ਅਮਾਊਂਟ ਦੇਖੋ ਤਾਂ ਜੇ 25 2000 ਕੇਸ ਆ ਤਾਂ 5 ਕਰੋੜ ਰੁਪਈਆ ਬਣ ਜਾਂਦਾ। ਜੀ। ਸੋ ਸਾਡੇ ਲਈ ਅਮਾਊਂਟ ਬਹੁਤ ਵੱਡੀ ਹੈ। ਪਰ ਐਗਜ਼ੀਕਿਊਟਿਵ ਕਹਿੰਦਾ ਮੇਰੇ ਤਾਂ 10 ਹੀ ਕੇਸ ਨੇ ਜੀ। ਪਰ ਤੁਸੀਂ ਦੇਖੋ 350 ਐਗਜ਼ੀਕਿਊਟਿਵ ਕੋਲ ਜੇ 10 ਕੇਸ ਹੋਣ ਤਾਂ ਕਿੰਨਾ ਕੇਸ ਬਣ ਜਾਂਦਾ? 3500 ਕੇਸ ਬਣ ਜਾਂਦਾ। ਸੋ ਆਹ ਸਾਡਾ ਇੱਕ ਪਰਪਸ ਹੈਗਾ ਕਿ ਅਸੀਂ ਛੋਟੇ ਤੋਂ ਛੋਟੇ ਅਮਾਊਂਟ ਵਾਲੇ ਕੇਸ ਨੂੰ ਵੀ ਹਿਲਾਉਣਾ ਹੈਗਾ। ਉਹ ਸਾਨੂੰ ਅੱਜ ਨਹੀਂ ਪਤਾ ਲੱਗਦਾ ਕਿ ਉਹਦੇ ਘਰ ਵਿਜ਼ਿਟ ਹੋ ਰਹੀ ਹੈ ਕਿ ਨਹੀਂ ਹੋ ਰਹੀ। ਜਦੋਂ ਇਸ ਐਪ ਦੇ ਥਰੂ ਹਰ ਬੰਦਾ ਸਿੰਕ ਕਰੂਗਾ, ਸਾਨੂੰ ਪਤਾ ਲੱਗ ਜਾਊਗਾ ਕਿ ਛੋਟੇ ਕੇਸਿਸ ਨੂੰ, ਫੁੱਟਨੋਟਸ ਨੂੰ, ਪੁਰਾਣਿਆਂ ਨੂੰ ਇੱਕ ਨਹੀਂ ਟੱਚ ਕਰ ਰਿਹਾ। ਫਿਰ ਉਹ ਕਹੂਗਾ ਕਿ ਠੀਕ ਹੈ ਜੀ, ਮੈਂ ਟਾਈਮ ਨਹੀਂ ਮੈਨੂੰ ਮਿਲ ਰਿਹਾ। ਫਿਰ ਆਪਾਂ ਦੇਖ ਸਕਦੇ ਹਾਂ ਕਿ ਪੂਰੇ ਦਿਨ ਦੇ ਵਿੱਚ, ਪੂਰੇ ਹਫਤੇ 'ਚ ਇਹਨੇ ਕਿੰਨੀ ਵਿਜ਼ਿਟਸ ਕੀਤੀਆਂ, ਕਿੰਨੇ ਘੰਟੇ ਕੰਮ ਕੀਤਾ, ਡੇ ਸਟਾਰਟ ਕਿੰਨੇ ਵਜੇ ਕੀਤਾ, ਡੇ ਐਂਡ ਕਿੰਨੇ ਵਜੇ ਕੀਤਾ, ਕਿੰਨੇ ਕਿਲੋਮੀਟਰ ਚੱਲਿਆ। 100 ਕਿਲੋਮੀਟਰ ਚੱਲਿਆ ਸਪੋਜ਼ਲੀ। ਅੱਜ ਅਸੀਂ 100 ਰੁਪਏ ਲੀਟਰ ਤੇਲ ਮੰਨ ਕੇ ਚੱਲਦੇ ਹਾਂ, 100 ਰੁਪਏ ਉਹਨੂੰ ਦਿੱਤਾ। ਬਟ ਉਹ 100 ਕਿਲੋਮੀਟਰ ਚੱਲ ਕੇ ਪੂਰੇ ਦਿਨ ਦੇ ਵਿੱਚ ਉਹ ਕਿੱਥੇ ਕਿੱਥੇ ਗਿਆ, ਕਿੰਨੇ ਕਸਟਮਰਸ ਦੇ ਘਰ ਵਿਜ਼ਿਟ ਕੀਤੀ, ਕਿੰਨੀ ਦੇਰ ਬੈਂਕ 'ਚ ਰਿਹਾ, ਕਿੰਨੀ ਦੇਰ ਬ੍ਰਾਂਚ 'ਚ ਬੈਠਾ ਰਿਹਾ, ਕੀ ਉਹ ਡੀਲਰਸ਼ਿਪ 'ਚ ਹੀ ਰਿਹਾ ਸਾਰਾ ਦਿਨ। ਤਾਂ ਸਾਨੂੰ ਪਤਾ ਲੱਗ ਜਾਊਗਾ ਕਿ ਇਹਦੀ ਐਫੀਸ਼ੀਐਂਸੀ ਐਕਚੁਅਲੀ ਔਨ ਰੋਡ ਹੈ ਕੀ ਆ। ਜਿਸ ਪਰਪਸ ਲਈ ਉਹ ਰੱਖਿਆ ਗਿਆ ਐਗਜ਼ੀਕਿਊਟਿਵ, ਉਹ ਕਰਕੇ ਦੇ ਰਿਹਾ, ਉਹ ਕੰਮ ਨਹੀਂ ਕਰਕੇ ਦੇ ਰਿਹਾ, ਕਿ ਸਿਰਫ ਉਹੀ ਇੰਸਟਾਲਮੈਂਟਾਂ ਸਿੰਕ ਕਰ ਰਿਹਾ ਜਿਹੜੀ ਡੀਲਰਸ਼ਿਪਸ ਆ ਰਹੀਆਂ ਨੇ। ਸੋ ਬੇਸਿਕਲੀ ਜਿਹੜੇ ਅੱਛਾ ਕੰਮ ਕਰਦੇ ਨੇ ਉਹਨਾਂ ਲਈ ਹੋਰ ਚੰਗਾ ਹੋ ਜਾਊਗਾ, ਔਰ ਜਿਹੜੇ ਬੰਦੇ ਵੀਕ ਨੇ ਉਹ ਆਇਡੈਂਟੀਫਾਈ ਹੋ ਜਾਣਗੇ ਜੀ। ਜੇ ਉਹ ਆਇਡੈਂਟੀਫਾਈ ਹੋਣਗੇ, ਨੈਚੁਰਲੀ ਅਸੀਂ ਉਹਨਾਂ ਨੂੰ ਜਗਾਵਾਂਗੇ। ਜੇ ਉਹ ਕੰਮ ਕਰਨਗੇ ਤਾਂ ਉਹ ਰਹਿਣਗੇ, ਜੇ ਨਹੀਂ ਕੰਮ ਕਰਨਗੇ ਤਾਂ ਨੈਚੁਰਲੀ ਰਿਮੂਵ ਹੋ ਜਾਣਗੇ। ਸੋ ਜੇ ਉਹ ਰਿਮੂਵ ਹੋਣਗੇ ਤਾਂ ਚੰਗੇ ਐਗਜ਼ੀਕਿਊਟਿਵਸ ਫਿਰ ਆਉਣਗੇ, ਤਾਂ ਨੈਚੁਰਲੀ ਕਲੈਕਸ਼ਨ ਵਧੂਗੀ, ਜ਼ਿਆਦਾ ਕੇਸਿਸ ਕਰਾਂਗੇ, ਫਿਰ ਤੁਹਾਡਾ ਇਨਸੈਂਟਿਵ ਹੋਰ ਜ਼ਿਆਦਾ ਹੋਊਗਾ। ਸੋ ਬੋਥ ਸਾਈਡ ਇਹ ਬੈਨੀਫਿਟ ਇਸ ਐਪ ਦੇ ਥਰੂ ਆਉਣਾ ਹੀ ਆਉਣਾ। ਅਸੀਂ ਮਤਲਬ ਜਦੋਂ ਇਹ ਡਿਵੈਲਪ ਕੀਤੀ, ਸਾਡਾ ਪਰਪਸ ਮੇਨ ਇਹ ਸੀਗਾ ਕਿ ਅਸੀਂ ਇਹਦੇ ਥਰੂ ਤੁਹਾਡੀ ਇਨਕਮਸ ਨੂੰ, ਤੁਹਾਡੇ ਇਨਸੈਂਟਿਵਸ ਨੂੰ, ਕੰਪਨੀ ਦੀ ਗਰੋਥ ਨੂੰ, ਸੇਲਸ ਨੂੰ, ਕਲੈਕਸ਼ਨ ਨੂੰ, ਹਰ ਚੀਜ਼ ਨੂੰ ਇੰਪਰੂਵ ਕਰਨਾ ਹੈਗਾ। ਔਰ ਇਹ ਸਾਡੀ ਐਫਰਟ ਹਮੇਸ਼ਾ ਹੀ ਰਹੂਗੀ ਵੀ ਕੁਛ ਨਾ ਕੁਛ ਤੁਹਾਨੂੰ ਇੱਦਾਂ ਦਾ ਜ਼ਰੂਰ ਟੈਕਨੋਲੋਜੀ ਦੇ ਥਰੂ ਪ੍ਰੋਵਾਈਡ ਕਰਾਈਏ, ਜਿਹਦੇ ਨਾਲ ਕਿ ਆਪਣੀ ਅੱਗੇ ਤੋਂ ਅੱਗੇ ਜਿਹੜਾ ਕੰਮ ਕਰਨਾ ਉਹ ਈਜ਼ੀ ਹੋ ਜਾਏ। ਕਿਉਂਕਿ ਕੰਪੀਟੀਸ਼ਨ ਵੱਧ ਰਿਹਾ, ਸਾਨੂੰ ਆਪਣੇ ਆਪ ਨੂੰ ਬਹੁਤ ਫਾਸਟ ਕਰਨਾ ਪੈਣਾ, ਬਹੁਤ ਕੁਇਕ ਕਰਨਾ ਪੈਣਾ, ਕਲੈਕਸ਼ਨਸ ਦੇ ਵਿੱਚ, FI ਦੇ ਵਿੱਚ, ਫਾਈਲਾਂ ਚੱਕਣ ਦੇ ਵਿੱਚ, ਹਰ ਚੀਜ਼ ਦੇ ਵਿੱਚ। ਪਰ ਉਹਦੇ ਲਈ ਸਾਨੂੰ ਬੰਦੇ ਉਹ ਚਾਹੀਦੇ ਨੇ ਜਿਹੜੇ ਪ੍ਰੋਪਰਲੀ ਜਿਸ ਕੰਮ ਲਈ ਲਾਏ ਗਏ ਨੇ ਉਹ ਕੰਮ ਸਾਨੂੰ ਫੀਲਡ ਦੇ ਵਿੱਚ ਕਰਕੇ ਦੇਣ। ਜੋ ਬੰਦੇ ਫੀਲਡ ਦੇ ਵਿੱਚ ਕੰਮ ਨਹੀਂ ਕਰਕੇ ਦੇ ਰਹੇ, ਆਪਣਾ ਵਿਜ਼ਨ, ਜੋ ਆਪਣੀ ਸੋਚ ਆ ਉਹ ਪੂਰੀ ਨਹੀਂ ਹੋ ਰਹੀ। ਸੋ ਉਹਦੇ ਲਈ ਇਹ ਸਾਰਾ ਛੋਟੀ ਜਿਹੀ ਐਪ ਬਣਾਈ ਗਈ ਹੈ, ਬੜੀ ਸਿੰਪਲ ਆ, ਯੂਜ਼ਰ ਫਰੈਂਡਲੀ ਆ। ਕੋਈ ਇਹਦੇ ਵਿੱਚ ਐਸਾ ਕੁਝ ਨਹੀਂ ਹੈ ਕਿ ਕੋਈ ਐਗਜ਼ੀਕਿਊਟਿਵ ਕੋ ਜੀ ਮੇਰੇ ਤਾਂ ਬਸ ਦਾ ਰੋਗ ਨਹੀਂ ਹੈਗਾ, ਇੱਦਾਂ ਦੀ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਸੋ ਗੋਇੰਗ ਫਾਰਵਰਡ ਇਹ 'ਚ ਹੋਰ ਵੀ ਇੱਕ ਦੋ ਚੀਜ਼ਾਂ ਐਡ ਕਰਾਂਗੇ, ਬਟ ਹਜੇ ਫਿਲਹਾਲ ਆਈ ਥਿੰਕ ਟੂ ਸਟਾਰਟ ਵਿਦ ਆਪਾਂ ਇਹਨੂੰ ਐਜ਼ ਸੂਨ ਐਜ਼ ਪੋਸੀਬਲ ਬ੍ਰਾਂਚਸ ਦੇ ਵਿੱਚ ਤੁਹਾਡੇ ਨਾਲ ਇਹ ਲਿੰਕ ਸ਼ੇਅਰ ਕਰ ਦੇਣਾ, ਤੁਸੀਂ ਇਹਨਾਂ ਨੂੰ ਇੰਸਟਾਲ ਕਰਵਾ ਸਕਦੇ ਹੋ। ਇੱਕ ਲਾਸਟ ਡੇ ਐਂਡ ਰਹਿ ਗਿਆ ਸੀ, ਡੇ ਐਂਡ ਕਰਨ ਦੀ ਇਹਨੂੰ ਬਸ ਅਟੈਂਡੈਂਸ ਮਾਰਕ ਕਰਨੀ ਜੀ। ਡੇ ਐਂਡ ਹੋ ਗਿਆ, ਬਸ ਇੰਨਾ ਛੋਟਾ ਜਿਹਾ। ਡੇ ਸਟਾਰਟ, ਡੇ ਐਂਡ ਬਹੁਤ ਸਿੰਪਲ ਹੈ। ਲੀਵ ਵੀ ਤੁਸੀਂ ਦੇਖ ਲਈ ਬਹੁਤ ਸਿੰਪਲ ਹੈ, ਵਿਜ਼ਿਟ ਐਂਟਰੀ ਵੀ ਬਹੁਤ ਸਿੰਪਲ ਹੈ। ਅਸੀਂ ਇਸ ਸੌਫਟਵੇਅਰ ਨੂੰ ਬਣਾਉਂਦੇ ਹੋਏ ਸਿਰਫ ਇੰਨੀ ਚੀਜ਼ਾਂ ਖਿਆਲ ਰੱਖਿਆ ਕਿ ਕਿਸੇ ਵੀ EMPLOYEE ਨੂੰ ਕੋਈ ਪ੍ਰੋਬਲਮ ਨਾ ਆਵੇ। ਐਗਜ਼ਿਸਟਿੰਗ ਸੌਫਟਵੇਅਰ 'ਚ ਸਾਰਿਆਂ ਨਾਲ ਵੱਡੀ ਪ੍ਰੋਬਲਮ ਆ ਰਹੀ ਹੈ ਲੋਕੇਸ਼ਨ ਤੇ ਇੰਟਰਨੈਟ ਨਹੀਂ ਹੈਗਾ, ਉਹ ਵੀ ਆਪਾਂ ਇਸ ਐਪ ਦੇ ਵਿੱਚ ਕੰਸੀਡਰ ਕਰ ਲਿਆ, ਜੋ ਕਿ ਸਾਰਿਆਂ ਨਾਲ ਵੱਡਾ ਚੈਲੰਜ ਸੀ ਸਾਨੂੰ ਇਸ ਐਪ ਦੇ ਵਿੱਚ, ਕਿ ਆਪਾਂ ਆਫਲਾਈਨ ਕਿਸ ਤਰ੍ਹਾਂ ਇਹਨੂੰ ਹੈਂਡਲ ਕਰਨਾ ਅਗਰ ਕਿਸੇ ਲੋਕੇਸ਼ਨ 'ਤੇ ਕੋਈ ਇੰਟਰਨੈਟ ਨਹੀਂ ਚੱਲਦਾ। ਇਹ ਬਹੁਤ ਸਿੰਪਲ ਆ। ਇਹਦੇ ਵਿੱਚ ਜਿਹੜੇ ਬ੍ਰਾਂਚ ਮੈਨੇਜਰਸ ਹੈਗੇ ਆ ਉਹ ਕਿਸ ਤਰ੍ਹਾਂ ਆਪਣੇ EMPLOYEE ਨੂੰ ਵਾਚ ਕਰ ਸਕਦੇ ਆ, ਕਿਸ ਤਰ੍ਹਾਂ EMPLOYEE ਦੇ ਕਿਲੋਮੀਟਰ ਦੇਖ ਸਕਦੇ ਆ, ਕਿਸ ਤਰ੍ਹਾਂ EMPLOYEE ਦੀ ਅਟੈਂਡੈਂਸ ਦੇਖ ਸਕਦੇ ਆ। ਇਹਦੇ ਵਾਸਤੇ ਮੈਂ ਜਾਂ ਤਾਂ ਮੈਂ ਵੱਖਰੀ ਵੀਡੀਓ ਬਣਾਵਾਂਗਾ ਜਾਂ ਮੈਂ ਐਨੀਡੈਕਸ 'ਤੇ ਬ੍ਰਾਂਚ ਮੈਨੇਜਰ ਨੂੰ 5-5 ਮਿੰਟ ਦਾ ਛੋਟਾ ਸੈਸ਼ਨ ਲਊਗਾ ਬ੍ਰਾਂਚ ਮੈਨੇਜਰਸ ਦਾ। ਬਹੁਤ ਈਜ਼ੀ ਐਪ ਬਣਾਈ ਗਈ ਹੈ, ਪੂਰੀ ਕੋਸ਼ਿਸ਼ ਕੀਤੀ ਗਈ ਕਿ ਇੰਨੀ ਸੌਖੀ ਐਪ ਬਣਾਈ ਜਾਵੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਤੁਸੀਂ ਦੇਖਿਆ ਹੋਏਗਾ ਕਿ ਇੱਕ ਸਿੰਗਲ ਕਲਿੱਕ 'ਤੇ ਸਾਰੇ ਕੰਮ ਹੋ ਰਹੇ ਨੇ, ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹਦੇ ਵਿੱਚ ਕਿਲੋਮੀਟਰ ਵੀ ਤੁਹਾਨੂੰ ਪਤਾ ਚੱਲ ਜਾਣਗੇ, ਕਿੰਨੇ ਕਿਲੋਮੀਟਰ ਚੱਲਿਆ, ਕਿੰਨੀ ਵਿਜ਼ਿਟ ਕੀਤੀ, ਸਭ ਕੁਝ A to Z ਪਤਾ ਚੱਲ ਜਾਏਗਾ। ਪਰਪਸ ਇਹ ਕਿ ਰਿਕਸ ਟੀਮ ਜਿਹੜੇ EMPLOYEE ਰੱਖੇ ਆ ਉਹ ਕਹਿ ਰਹੇ ਜਦੋਂ ਟਾਰਗੇਟ ਨਹੀਂ ਪੂਰਾ ਹੁੰਦਾ ਅਤੇ ਉਹਨਾਂ ਦਾ ਬੇਸਿਕ ਇਹੋ ਹੀ ਕਹਿਣਾ ਹੁੰਦਾ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ EMPLOYEES, ਸਾਰੇ ਤਾਂ ਨਹੀਂ, ਕੁਛ EMPLOYEES ਜਿਹੜੇ ਹੈਗੇ ਆ ਉਹ ਬ੍ਰਾਂਚ ਤੋਂ ਬਾਹਰ ਨਹੀਂ ਨਿਕਲਦੇ, ਕਿਤੇ ਨਹੀਂ ਜਾਂਦੇ। ਸਾਨੂੰ ਇੱਥੋਂ ਦੀ ਹੀ ਐਪ ਤੋਂ ਪਤਾ ਚੱਲ ਜਾਏਗਾ ਕਿ 1 ਤੋਂ 10 ਤਰੀਕ ਦੇ ਵਿੱਚ ਕੰਮ ਕੀ ਹੋਇਆ, ਅਤੇ ਜਾਂ ਲਾਸਟਲੀ ਕੁਛ ਦਿਨਾਂ ਦੇ ਵਿੱਚ ਕਲੈਕਸ਼ਨ ਠੀਕ ਹੋ ਜਾਂਦੀ, ਬਟ 21, 22, 23 ਜਾਂ
17 18 19 ਦੇ ਵਿੱਚ 150 ਦੇ ਵਿੱਚ ਕਲੈਕਸ਼ਨ ਜਿਹੜੀ ਥੋੜ੍ਹੀ ਡਿਪ ਕਰ ਜਾਂਦੀ ਹੈ। ਉਹ ਕਿਉਂ ਕਰਦੀ ਹੈ? ਇਹਦੇ ਨਾਲ, ਇਸ ਐਪ ਦੇ ਨਾਲ ਸਿਰਫ ਕੰਪਨੀ ਦੀ ਗਰੋਥ ਨਹੀਂ ਹੈ, ਕੰਪਨੀ ਨੇ ਆਪਣੇ ਪਰਪਸ ਲਈ ਨਹੀਂ ਬਣਾਇਆ ਕਿ ਕੰਪਨੀ ਇੱਕ ਟੈਕਨੋਲੋਜੀ ਦਾ ਯੂਜ਼ ਕੀਤਾ ਹੋਇਆ। ਕੰਪਨੀ ਦੀ ਗਰੋਥ ਹੋਏਗੀ, ਤੁਹਾਡੀ ਗਰੋਥ ਹੋਏਗੀ, ਸਾਡੀ ਗਰੋਥ ਹੋਏਗੀ। ਪਲੱਸ ਜਿਹੜੇ ਇੰਪਲੋਈ ਸਾਨੂੰ ਇੰਪਲੋਈ ਜਿਹੜੇ ਪਤਾ ਚੱਲਣਗੇ, ਜਿਹੜੇ ਦਿਨ ਰਾਤ ਮਿਹਨਤ ਕਰਕੇ, ਕਈ ਇੰਪਲੋਈ ਸਾਡੇ ਬਹੁਤ ਹਾਰਡ ਵਰਕ ਹੈ, ਦਿਨ ਰਾਤ ਮਿਹਨਤ ਕਰਕੇ ਇੰਨੀਆਂ ਲੋਕੇਸ਼ਨ 'ਤੇ ਵਿਜ਼ਿਟ ਕਰਦੇ ਆ, ਬਹੁਤ ਜ਼ਿਆਦਾ ਲੋਕੇਸ਼ਨ 'ਤੇ। ਉਹ ਇਸ ਸਮੇਂ ਹਾਈਡ ਨੇ ਸਾਡੇ ਤੋਂ ਕਿ ਸਗੋਂ ਉਹਨਾਂ ਨੂੰ ਸਾਹਮਣੇ ਆਉਣਗੇ ਅਤੇ ਆਪਾਂ ਉਹਨਾਂ ਦੀ ਗਰੋਥ ਵੀ ਕਰਾਂਗੇ। ਉਹ ਬ੍ਰਾਂਚ ਮੈਨੇਜਰ ਬਣਨਗੇ ਜਾਂ ਟੈਰੀਟਰੀ ਮੈਨੇਜਰ ਬਣਨਗੇ, ਕੁਛ ਵੀ ਆ, ਉਹਨਾਂ ਦੀ ਗਰੋਥ ਸੈਲਰੀ 'ਚ ਹਾਈਕ ਕਰਾਂਗੇ। ਕੁਛ ਇਹੋ ਜਿਹੇ ਇੰਪਲੋਈ ਆ ਜਿਹੜੇ ਕੰਮ ਥੋੜ੍ਹਾ ਘੱਟ ਕਰਦੇ ਨੇ, ਉਹ ਸਾਡੇ ਸਾਹਮਣੇ ਆਉਣਗੇ, ਉਹਨਾਂ ਨੂੰ ਆਪਾਂ ਪੁਸ਼ ਕਰਾਂਗੇ, ਨੋਨ ਪਰਫੋਰਮਰ ਸਾਹਮਣੇ ਆਉਣਗੇ। ਇਸ ਤਰ੍ਹਾਂ ਇਹਦੇ ਨਾਲ ਗਰੋਥ ਹੀ ਹੋਏਗੀ ਕੰਪਨੀ ਦੀ, ਤੁਹਾਡੀ ਵੀ ਗਰੋਥ ਹੋਏਗੀ। ਜਿਹੜੇ ਬਹੁਤ ਜ਼ਿਆਦਾ ਦਿਨ ਰਾਤ ਗਰਮੀ ਹੋਵੇ, ਧੁੱਪ ਹੋਵੇ, ਸਰਦੀ ਹੋਵੇ, ਬਾਰਿਸ਼ ਹੋਵੇ, ਕਸਟਮਰ ਦੇ ਘਰ ਜਾਂਦੇ ਨੇ, ਕਈ ਸਵੇਰੇ ਜਾਂਦੇ ਨੇ, ਕਈ ਸ਼ਾਮ ਨੂੰ ਜਾਂਦੇ ਨੇ, ਅਤੇ ਸਾਨੂੰ ਪਤਾ ਚੱਲ ਜਾਏਗਾ, ਆਪਾਂ ਉਹਨਾਂ ਦੀ ਜ਼ਰੂਰ ਗਰੋਥ ਕਰਾਂਗੇ, ਚਾਹੇ ਉਹ ਇਨਸੈਂਟਿਵ ਬੇਸ 'ਤੇ ਹੈ, ਚਾਹੇ ਉਹ ਸੈਲਰੀ ਬੇਸ 'ਤੇ ਹੈ। ਅਤੇ ਇਸ ਐਪ ਦਾ ਬੇਸਿਕ ਪਰਪਸ ਤਾਂ ਬਣਾਉਣ ਦਾ ਇਹੋ ਹੀ ਸੀ ਕਿ ਆਪਾਂ ਤੁਹਾਡੇ ਨਾਲ ਇੱਕ ਤਾਂ ਕਿਲੋਮੀਟਰ ਸ਼ੇਅਰ ਕਰੀਏ, ਉਸ ਤੋਂ ਬਾਅਦ ਕਿਹਦੇ ਘਰ ਵਿਜ਼ਿਟ ਕਰੀਏ, ਸਭ ਕੁਝ ਸਾਨੂੰ ਪਤਾ ਚੱਲੇ ਅਤੇ ਤੁਹਾਨੂੰ ਵੀ ਪਤਾ ਚੱਲੇ। ਇਨ ਗੋਇੰਗ ਫੋਰਵਰਡ ਸਾਨੂੰ ਨਾ ਲੈਂਡਰਾਂ ਤੋਂ ਪੈਸੇ ਆਉਣੇ ਥੋੜ੍ਹੇ ਮੁਸ਼ਕਿਲ ਹੋ ਰਹੇ ਆ, ਅਤੇ ਉਹਨਾਂ ਦਾ ਕੌਨਫੀਡੈਂਸ ਜਿੱਤਣ ਲਈ ਕਿ ਆਪਣੇ ਇੰਪਲੋਈ ਕੀ ਕਰਦੇ, ਉਹਨਾਂ ਨੂੰ ਇੱਕ ਡੈਸ਼ਬੋਰਡ 'ਤੇ ਇੱਕ ਸਿੰਗਲ ਕਲਿੱਕ ਦੇ ਵਿੱਚ ਦਿਖਾ ਸਕੀਏ ਕਿ 400 ਇੰਪਲੋਈ ਸਾਡਾ ਇਸ ਵਕਤ ਆਹ ਕਰ ਰਿਹਾ, 400 ਇੰਪਲੋਈਜ਼ ਨੇ ਸਾਡੀਆਂ ਇੰਨੀਆਂ ਡੇ ਦੀਆਂ ਵਿਜ਼ਿਟ ਕਰਤੀਆਂ, ਅਤੇ ਉਹਨਾਂ ਨੂੰ ਵੀ ਕੌਨਫੀਡੈਂਸ ਆਏਗਾ, ਸਾਨੂੰ ਵੀ ਪਿੱਛੋਂ ਦੀ ਪੈਸੇ ਆਉਣ 'ਚ ਥੋੜ੍ਹਾ ਈਜ਼ੀ ਰਹੇਗਾ। ਥੈਂਕ ਯੂ। ਅਸੀਂ ਤੁਹਾਡੇ ਨਾਲ ਬਰੀਫਲੀ ਤਾਂ ਇਹ ਸਾਰਾ ਕਰ ਹੀ ਲਿਆ ਹੈਗਾ ਸ਼ੇਅਰ। ਬਾਕੀ ਕਿਸੇ ਨੂੰ ਜਦੋਂ ਵੀ ਇੰਸਟਾਲ ਹੋਊਗੀ ਅਤੇ ਬਾਕੀ ਰੋਹਿਤ ਜੀ ਉਹਦੀ ਐਨੀਡੈਸਕ 'ਤੇ ਜਾਂ ਹੋਰ ਵੱਖਰੀ ਵੀਡੀਓਜ਼ ਬਣਾ ਕੇ ਵੀ ਭੇਜ ਦੇਣਗੇ। ਆਈ ਥਿੰਕ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੋਊਗੀ। ਗੋਇੰਗ ਫੋਰਵਰਡ ਇਹ ਸਾਰਿਆਂ ਲਈ ਚੰਗਾ, ਬਿਕੋਜ਼ ਜਿੰਨੀ ਜ਼ਿਆਦਾ ਕਲੈਕਸ਼ਨ ਕਰਾਂਗੇ ਲੋਸਿਸ ਘਟਣਗੇ ਤਾਂ ਗਰੋਥ ਸਭ ਦੀ ਹੋਊਗੀ, ਕਿਉਂਕਿ ਅਸੀਂ ਪੈਸਾ ਲੋਸਿਸ ਦੇ ਵਿੱਚ ਨਹੀਂ ਗਵਾਉਣਾ ਹੈਗਾ, ਅਸੀਂ ਉਹੀ ਕਨਵਰਟ ਕਰਕੇ ਪਾਸ ਔਨ ਕਰਾਂਗੇ ਇਨ ਟਰਮਸ ਆਫ ਇਨਸੈਂਟਿਵਸ ਔਰ ਬਾਕੀ ਗਰੋਥ ਦੇ ਵਿੱਚ। ਸੋ ਆਲ ਦਾ ਬੈਸਟ ਸਾਰਿਆਂ ਨੂੰ। ਔਰ ਫੈਸਟੀਵਲ ਸੀਜ਼ਨ ਚੱਲ ਰਿਹਾ ਹੈਗਾ, ਔਰ ਹੋਪ ਐਂਡ ਆਪਾਂ ਜਿਹਨੂੰ ਕਹਿੰਦੇ ਅਰਦਾਸ ਕਰਦੇ ਹਾਂ ਕਿ ਅੱਛਾ ਫੈਸਟੀਵਲ ਲੱਗ ਜਾਵੇ, ਔਰ ਜੋ ਟਾਰਗੇਟ ਰੋਹਿਤ ਜੀ ਨੇ ਸੈੱਟ ਕੀਤੇ ਨੇ ਉਹ ਆਪਾਂ ਸਾਰੇ ਉਸ ਟਾਰਗੇਟ ਨੂੰ ਆਪਾਂ ਮੀਟ ਕਰ ਜਾਈਏ। ਤੋ ਦੀਵਾਲੀ ਟਫ ਹੁੰਦੀ ਆ ਹਰ ਸਾਲ, ਔਰ ਹਰ ਵਾਰੀ ਮੈਂ ਇਹੀ ਕਹਿਣਾ ਕਿ ਹਰ ਵਾਰੀ ਜਿਹੜੀ ਦੀਵਾਲੀ ਆ ਹੋਰ ਟਫ ਹੁੰਦੀ ਜਾ ਰਹੀ ਆ। ਕੰਪੀਟੀਸ਼ਨ, ਸੇਲਸ ਦੇ ਪ੍ਰੈਸ਼ਰ, ਸੇਲ ਘੱਟ ਹੋ ਰਹੀ ਆ, ਕੋਵਿਡ ਦੇ ਇਸ਼ੂਜ਼ ਨੇ, ਬਹੁਤ ਰੀਜ਼ਨਸ ਨੇ, ਬਟ ਆਪਾਂ ਪੂਰਾ ਜਿਹਨੂੰ ਕਹਿੰਦੇ ਆ ਵੀ ਡਟ ਕੇ ਲੜਾਈ ਲੜਦੇ ਆਏ ਹਾਂ, ਅਤੇ ਹੁਣ ਵੀ ਕਰਾਂਗੇ ਕਿ ਮੈਕਸੀਮਮ ਸੇਲ 'ਤੇ ਤੁਸੀਂ ਫੋਕਸ ਕਰਨਾ ਹੈਗਾ, ਔਰ ਡੀਲਰਸ 'ਤੇ ਪੂਰੀ ਪਕੜ ਬਣਾ ਕੇ ਰੱਖਣੀ ਆ ਕਿ ਕੰਮ ਕਿਤੇ ਬਾਹਰ ਨਹੀਂ ਜਾਣਾ ਚਾਹੀਦਾ। ਅਗਰ ਕਿਤੇ ਕਿਸੇ ਹੋਰ ਕੰਪਨੀ ਨੂੰ ਕਿਸੇ ਪਾਸੇ ਵੀ ਕੇਸ ਭਰ ਰਹੇ ਨੇ, ਕੁਛ ECS ਰਿਲੇਟਡ ਭਰ ਰਹੇ ਨੇ, ਕੁਛ ਵੀ ਕਰ ਰਹੇ ਨੇ, ਤਾਂ ਇਮੀਡੀਏਟਲੀ ਹੈੱਡ ਆਫਿਸ ਤੱਕ ਉਹ ਗੱਲ ਪਹੁੰਚਾਈ ਜਾਵੇ, ਤਾਂ ਕਿ ਅਸੀਂ ਬਿਲਕੁਲ ਵੀ ਡੇ ਟੂ ਡੇ ਬੇਸਿਸ 'ਤੇ ਪੂਰੀ ਪਕੜ ਬਣਾ ਕੇ ਰੱਖੀਏ। ਔਰ ਸੇਲਸ ਦੇ ਇਨਸੈਂਟਿਵ ਵੀ ਲੱਗੇ ਹੋਏ ਨੇ, ਕੁਛ ਹੋਰ ਵੀ ਆਈ ਥਿੰਕ ਪਲਾਨਸ ਸ਼ੇਅਰ ਕਰਨਗੇ ਰੋਹਿਤ ਜੀ, ਜਿਹੜੀ ਮੈਨੇਜਰਸ ਲਈ ਕੁਛ ਟੂਰਸ ਲੈ ਕੇ ਆ ਰਹੇ ਨੇ, ਜਿਹੜਾ ਪਤਾ ਨਹੀਂ ਵੀ ਹੋ ਗਿਆ ਸ਼ੇਅਰ ਕਿ ਨਹੀਂ, ਬਟ ਉਹ ਛੇਤੀ ਕਰ ਲੈਣਗੇ ਰੋਹਿਤ ਜੀ। ਸੋ ਆਪਾਂ ਸਾਰਾ ਆਪਣੀ ਪੂਰੀ ਮਿਹਨਤ ਕਰੀਏ, ਪੂਰੀ ਐਫਰਟ ਕਰੀਏ ਵੀ ਇਸ ਸਾਲ ਆਪਾਂ ਦੀਵਾਲੀ ਦੇ ਫੈਸਟੀਵਲ 'ਚ ਮੈਕਸੀਮਮ ਸੇਲ ਕਰੀਏ, ਤਾਂ ਕਿ ਕੰਪਨੀ ਦੀ ਗਰੋਥ ਹੋਵੇ, ਤਾਂ ਕਿ ਸਾਰਿਆਂ ਦੀ ਗਰੋਥ ਉਹਦੇ ਨਾਲ ਹੀ ਰਿਲੇਟਡ ਹੈਗੀ ਆ। ਥੈਂਕ ਯੂ ਸੋ ਮਚ ਐਂਡ ਆਲ ਦ ਬੈਸਟ।